पद पंकज बंदन सिमरो अंगद दुख निकंदन अमर दास गुर हृदय ध्यावं हृदय ध्यावं श्री गुर रामदास गुण गावां श्री अर्जन बिघ्नन के नासक बिघ्नन के नासक हर गोबिंद शुभ सुमत प्रकाशक श्री हर राय नमो कर जोरे नमो कर जोरे गुर हर कृष्ण मनाए बहोरे तेग बहादुर परम कृपाला परम कृपाला श्री गुर गोबिंद सिंह विसाला तहारों तहारा पर पुन पुन सीसा पुन पुन सीसा बंदों बार बार जगदीशा जिसमें अमृत ज्ञान है माणिक भगत वैरागा श्री गुरु ग्रंथ साहिब उदाधा बंदों कर अनुरागा एकंकारा सतगुरु तह प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए। सतनाम श्री वाहिगुरु साहिब जी। चौपई मन की मत करह जे कोई एक सिद्ध नह कैसे होई बिना आपने कर्म बढ़ाई किन्हू पाई खबर न राई मन की मत करह जे कोई एक सिद्ध नह कैसे होई। राजान राज पहानान पहान देवान देव उपमा महान धन धन जुगहो जुग अटल चवर छतर तख्त दे मालिक हलत पलत के रक्षक वालिए दो जहान कुल आलम दे रहबर शब्दा अवतार शब्द गुरु धन धन साहिब श्री गुरु ग्रंथ साहिब जीओ महाराज जिन्हां सतगुरु सच्चे पातशाह जी महाराज जियां दी पावन पवित्र हजूरी अंदर साहिबां दे पावन अस्थान तख्त सचखंड श्री हजूर श्री अबचल नगढ़ साहिब जी विखे जुड़ बैठी गुरु प्यारी गुरु सवारी साध संगत जीओ तख्त साहिब जी दी नित मर्यादा नितनेम अनुसार शामां दे दीवान सज रहे हन। सजे होए पावन दीवाना दे विच गुर इतिहास दियां कथा विचां सरवण करन दे लई आप संगतां हाजरियां भर रहे हो। वड भागे हो आप जिन्हां नूं सतगुरु सच्चे पातशाह जी महाराज जीआं दी पावन सत संगत करन दा सुभाग
ਉਹਨਾਂ ਨੇ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਭਾਣਾ ਵਰਤਾ ਗਏ। ਬਹੁਤ ਜ਼ਿਆਦਾ ਸੰਗਤਾਂ ਦੇ ਵਿੱਚ ਵਿਰਾਗ ਜਿਹੜਾ ਉਛਲ ਕੇ ਪੈ ਗਿਆ। ਸੰਗਤਾਂ ਜਿਹੜੀਆਂ ਬਹੁਤ ਵਿਰਾਗ ਦੇ ਵਿੱਚ ਆ ਗਈਆਂ, ਅਥਰੂ ਗੇੜਦੀਆਂ ਹਨ। ਉਹਨੇ ਕੋ ਸਮੇਂ ਦੇ ਵਿੱਚ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਉਹ ਭਜਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਪਹੁੰਚ ਰਹੇ ਹਨ ਤੇ ਬਹੁਤ ਜ਼ਿਆਦਾ ਭੀੜ ਦਾ ਉਹਨਾਂ ਨੇ ਇਕੱਠ ਵੇਖਣਾ ਕੀਤਾ। ਨਾਲ ਉਹਨਾਂ ਦੇ ਕੰਨਾਂ ਦੇ ਵਿੱਚ ਵੈਣ ਦੇ ਸ਼ਬਦ ਜਦੋਂ ਸੁਣਾਈ ਦਿੱਤੇ, ਉਹਨਾਂ ਨੇ ਅਨੁਮਾਨ ਲਾ ਲਿਆ ਕਿ ਆਪਾਂ ਨੇ ਦੇਰੀ ਕਰ ਦਿੱਤੀ ਹੈ, ਲੱਗਦਾ ਪਹੁੰਚਣ ਦੇ ਵਿੱਚ ਦੇਰ ਹੋ ਗਏ। ਸਤਿਗੁਰੂ ਮਹਾਰਾਜ ਜੀ ਨੇ ਭਾਣਾ ਵਰਤਾ ਦਿੱਤਾ। ਫਿਰ ਸੰਗਤਾਂ ਨੂੰ ਫਿਰ ਪਾਸੇ ਕਰਕੇ ਮਹਾਰਾਜ ਜੀ ਦੇ ਕੋਲ ਜਦੋਂ ਪਹੁੰਚਦੇ ਹਨ, ਮਾਤ ਜੀਆਂ ਨੇ ਕਿਹਾ ਕਿ ਬੇਟਾ ਬਹੁਤ ਦੇਰੀ ਹੋ ਗਈ ਹੈ, ਸਤਿਗੁਰੂ ਮਹਾਰਾਜ ਤਾਂ ਭਾਣਾ ਵਰਤਾ ਗਏ। ਫਿਰ ਬਾਬਾ ਸ਼੍ਰੀ ਚੰਦ ਤੇ ਬਾਬੇ ਲਖਮੀ ਦਾਸ ਨੇ ਅਰਦਾਸ ਕਰਨੀ ਕੀਤੀ ਹੈ, ਬੇਨਤੀ ਕਰਨੀ ਕੀਤੀ, ਸਤਿਗੁਰੂ ਮਹਾਰਾਜ ਕਿਰਪਾ ਕਰੋ, ਜ਼ਿਆਦਾ ਨਹੀਂ ਤਾਂ ਨਹੀਂ, ਸਿਰਫ 2 ਘੜੀਆਂ ਵਾਸਤੇ ਫਿਰ ਤੋਂ ਆਓ, ਸਾਨੂੰ ਬਖਸ਼ ਲੈਣਾ ਕਰੋ। ਅਸੀਂ ਆਪ ਜੀ ਦੀ ਮਹਿਮਾ ਤੋਂ ਅਣਜਾਣ ਰਹਿ ਗਏ ਹਾਂ। ਅਸਾਂ ਨੇ ਇਹੀ ਸਮਝਿਆ ਕਿ ਭਾਈ ਸਾਡਾ ਪਿਓ ਹੈ, ਸਾਡਾ ਇਹ ਪਿਤਾ ਹੈ। ਆਪ ਜੀ ਨੂੰ ਅਸਾਂ ਨੇ ਆਪਣੇ ਪਿਤਾ ਦੇ ਰੂਪ ਦੇ ਵਿੱਚ ਹੀ ਤੱਕਿਆ। ਗੁਰ ਪਰਮੇਸ਼ਰ ਕਰਕੇ, ਪਾਰ ਬ੍ਰਹਮ ਪਰਮੇਸ਼ਰ ਕਰਕੇ ਆਪ ਜੀ ਨੂੰ ਨਹੀਂ ਤੱਕਣਾ ਕੀਤਾ। ਕਿਰਪਾ ਕਰੋ ਸਤਿਗੁਰੂ ਮਹਾਰਾਜ, ਸਾਨੂੰ ਬਖਸ਼ ਲੈਣਾ ਕਰੋ। ਜੇ ਆਪ ਜੀ ਉੱਠ ਕਰਕੇ ਸਾਨੂੰ ਆਪਣੇ ਸੀਨੇ ਨਾਲ ਲਾਓਗੇ, ਸਾਨੂੰ ਬਖਸ਼ ਲਾਓਗੇ, ਤਾਂ ਸਤਿਗੁਰੂ ਮਹਾਰਾਜ ਸਾਰੀ ਜ਼ਿੰਦਗੀ ਜਿਹੜੀ ਹੈ ਸਾਡੀ ਆਰਾਮ ਨਾਲ ਬਤੀਤ ਹੋ ਜਾਵੇਗੀ। ਨਹੀਂ ਤਾਂ ਇਹੀ ਵਿਚਾਰ ਮਨ ਵਿੱਚ ਰਹਿ ਜਾਣਾ ਹੈ ਕਿ ਸਤਿਗੁਰੂ ਮਹਾਰਾਜ ਤੋਂ ਅਸੀਂ ਖਾਲੀ ਰਹਿ ਗਏ, ਬੇਮੁਖ ਬਣ ਕੇ ਰਹਿ ਗਏ। ਜਦੋਂ ਪਿਆਰਿਓ ਉਹਨਾਂ ਨੇ ਬਾਰੰਬਾਰ ਅਰਦਾਸ ਕਰਨੀ ਕੀਤੀ, ਬੇਨਤੀ ਕਰਨੀ ਕੀਤੀ, ਯਕਦਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰੀਰ ਦੇ ਵਿੱਚ ਹਲਚਲ ਹੋਈ ਹੈ। ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਕੱਪੜਾ ਤਨਣਾ ਕੀਤਾ ਉਤੋਂ, ਉਹ ਕੱਪੜਾ ਚਿੱਟਾ ਲਾ ਕਰਕੇ ਸਤਿਗੁਰੂ ਮਹਾਰਾਜ ਉੱਠ ਕਰਕੇ ਬੈਠ ਗਏ। ਇਹ ਵੇਖ ਕਰਕੇ ਸੰਗਤਾਂ ਨੇ ਜਕਾਰੇ ਛੱਡ ਦਿੱਤੇ ਕਿ ਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਹਾਡੀ ਜੈ ਜੈਕਾਰ ਹੋਵੇ। ਤੇ ਇਸ ਤਰ੍ਹਾਂ ਇੱਕਦਮ ਜੋ ਵਿਰਾਗਮਈ ਮਾਹੌਲ ਸੀ ਉਹ ਆਨੰਦਮਈ ਮਾਹੌਲ ਬਣ ਗਿਆ। ਫਿਰ ਇਹਨਾਂ ਨੇ ਬੇਨਤੀ ਕੀਤੀ, ਬਚਨ ਕਰਨਾ ਕੀਤਾ, ਸਤਿਗੁਰੂ ਮਹਾਰਾਜ ਕਿਰਪਾ ਕਰੋ, ਸਾਨੂੰ ਬਖਸ਼ ਲੈਣਾ ਕਰੋ। ਫਿਰ ਬਾਬੇ ਸ਼੍ਰੀ ਚੰਦ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਤੇ ਪਿਤਾ ਦੀ ਜੋ ਵੀ ਵਸਤੂ ਹੁੰਦੀ ਹੈ ਉਹਦੇ ਉੱਤੇ ਪੁੱਤਰਾਂ ਦਾ ਸਭ ਤੋਂ ਪਹਿਲਾ ਅਧਿਕਾਰ ਹੁੰਦਾ ਤੇ ਕਿਰਪਾ ਕਰੋ ਮਹਾਰਾਜ, ਆਪ ਜੀ ਨੇ ਤਾਂ ਉਹ ਅਧਿਕਾਰ ਤੋਂ ਸਾਨੂੰ ਵਾਂਝੇ ਕਰ ਦਿੱਤਾ। ਆਪਣਾ ਜੋ ਕੁਝ ਅਸੀਂ ਤਾਂ ਖਾਲੀ ਰਹਿ ਗਏ, ਸਤਿਗੁਰੂ ਮਹਾਰਾਜ ਸਾਨੂੰ ਵੀ ਕੁਝ ਕਿਰਪਾ ਕਰਨਾ ਕਰੋ, ਕੋਈ ਦਾਤ ਸਾਨੂੰ ਦੇ ਦਿਓ। ਜਦੋਂ ਇਹ ਬਚਨ ਕੀਤਾ, ਇਹ ਬੇਨਤੀ ਕੀਤੀ, ਤਾਂ ਸਤਿਗੁਰੂ ਮਹਾਰਾਜ ਜੀ ਨੇ ਆਸਾ ਦੀ ਵਾਰ ਦਾ ਸ਼ਬਦ ਉਚਾਰਨ ਕਰਕੇ ਕਿ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ, ਲੱਖ ਸੁਰਤਨ ਸੰਗਰਾਮ ਰਣ ਮੈਂ ਛੁਟੈ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ, ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਔਰ ਜੋ ਇਹ ਕਰਮ ਜਿਹੜੇ ਹਨ ਇਹ ਮਿਥਿਆ ਹਨ, ਇਹ ਬਾਦ ਹਨ, ਲੇਕਿਨ ਅਸਲ ਦੇ ਵਿੱਚ ਕਰਮਾਂ ਦੇ ਨਾਲ ਗੱਲ ਨਹੀਂ ਬਣਦੀ ਹੈ, ਗੱਲ ਤਾਂ ਕਿਰਪਾ ਦੇ ਨਾਲ ਬਣਦੀ ਹੈ। ਦਾਸ ਨੇ ਜਿਸ ਤਰ੍ਹਾਂ ਬੇਨਤੀ ਕੀਤੀ, ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ, ਕਰਮ ਦਾ ਭਾਵ ਹੈ ਇੱਥੇ ਅਰਥ ਹੈ, ਕਿਉਂਕਿ ਅਰਥ ਬਣਦਾ ਕਿ ਕੰਮ ਕਰਨਾ। ਕੋਈ ਵੀ ਆਪਾਂ ਕੰਮ ਕਰਦੇ ਉਹਨੂੰ ਕਰਮ ਕਿਹਾ ਜਾਂਦਾ, ਲੇਕਿਨ ਅਰਬੀ ਫਾਰਸੀ ਦੇ ਵਿੱਚ ਕਰਮ ਦਾ ਮਤਲਬ ਹੁੰਦਾ ਕਿਰਪਾ। ਤੇ ਕਿਰਪਾ ਜਿਹੜੀ ਹੈ ਕਰਮ ਸੱਚਾ ਨਿਸ਼ਾਨ, ਇਹੀ ਸਭ ਤੋਂ ਵੱਡਾ ਨਿਸ਼ਾਨ ਹੈ। ਕਿਰਪਾ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋ ਜਾਵੇ, ਕੋਈ ਉਸ ਤੋਂ ਵੱਡਾ ਕੋਈ ਨਿਸ਼ਾਨ, ਭਾਵ ਕਿ ਉਸ ਤੋਂ ਵਰਗੀ ਕੋਈ ਦਾਤ ਨਹੀਂ ਹੈ। ਤੇ ਕਿਰਪਾ ਦੇ ਅੱਗੇ ਕਹਿੰਦੇ ਸਾਰੇ ਕਰਮ ਜਿਹੜੇ ਹਨ ਫੇਲ ਹੋ ਜਾਂਦੇ ਹਨ। ਜਿਸ ਤਰ੍ਹਾਂ ਮਹਾਰਾਜ ਜੀ ਦੀ ਕਿਰਪਾ, ਮਹਾਰਾਜ ਜੀ ਨੇ ਕਿਹਾ, ਨਾ ਜਿਹਦੇ ਉੱਤੇ ਕਿਰਪਾ ਹੋ ਜਾਵੇ, ਖਿਨ ਮੈਂ ਰਾਵ ਰੰਗ ਕੋ ਕਰ ਹੀ ਰਾਵ ਰੰਗ ਕਰ ਡਾਰੇ। ਮਹਾਰਾਜ ਜੀ ਦੀ ਕਿਰਪਾ ਹੋ ਜਾਵੇ ਤੇ ਮਹਾਰਾਜ ਗਰੀਬ ਨੂੰ ਜਿਹੜਾ ਹੈ
ਸਤਿਗੁਰੂ ਮਹਾਰਾਜ ਉਹਨੂੰ ਰਾਜਾ ਬਣਾ ਦਿੰਦੇ ਹਨ। ਕਰੋਪੀ ਹੋ ਜਾਵੇ ਤੇ ਰਾਜੇ ਜਿਹੜੇ ਭਿਖਾਰੀ ਬਣ ਜਾਂਦੇ ਹਨ। ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ। ਇਹ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ, ਇਹ ਕਰਮਾਂ ਦੀ ਦਾਤ ਹੈ। ਇਹ ਕਰਮ ਜਿਹੜੇ ਕਰਮ ਦਾ ਭਾਵ ਕਿ ਇਹ ਤਾਂ ਸਾਰੀ ਕਿਰਪਾ ਦੀ ਗੱਲ ਹੈ। ਮਹਾਰਾਜ ਨੇ ਇਹ ਕਿਹਾ, ਸਮਝਾਇਆ ਕਿ ਮਤਾ ਕਿਤੇ ਇਹ ਸਮਝ ਨਾ ਕਰੋ ਕਿ ਕਰਮ ਕਰਕੇ ਗੁਰ ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਲੈ ਕੇ ਗਏ, ਉਹਨਾਂ ਨੂੰ ਪ੍ਰਾਪਤੀ ਹੋਈ। ਕੱਲ ਦੇ ਦੀਵਾਨ ਦੇ ਵਿੱਚ ਆਪਾਂ ਨੇ ਵਿਸਥਾਰ ਦੇ ਨਾਲ, ਸੂਖਸ਼ਮਤਾਈ ਦੇ ਨਾਲ ਇਹਦੀ ਆਪਾਂ ਨੇ ਵਿਚਾਰ ਕੀਤੀ। ਜਦੋਂ ਬਾਬਾ ਲੈਣਾ ਜੀ ਆਏ ਸੀ ਨਾ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹਿਲੀ ਵਾਰ, ਉਹਨਾਂ ਨੂੰ ਪਤਾ ਨਹੀਂ, ਮਹਾਰਾਜ ਜੀ ਦੇ ਦਰਸ਼ਨ ਉਹਨਾਂ ਨੇ ਨਹੀਂ ਕੀਤੇ, ਲੇਕਿਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪਤਾ ਸੀ ਕਿ ਇਹ ਗੱਦੀ ਦਾ ਮਾਲਕ ਜਿਹੜਾ ਹੈ, ਇਹ ਗੱਦੀ ਨੂੰ ਲੈਣ ਵਾਲਾ ਬਾਬਾ ਲੈਣਾ ਜੀ ਉਹ ਆ ਰਹੇ। ਮਹਾਰਾਜ ਆਪ ਅੱਗੇ ਗਏ ਤੇ ਫਿਰ ਬਾਅਦ ਦੇ ਵਿੱਚ ਬਾਬਾ ਲੈਣਾ ਜੀ ਨੇ ਕਿਹਾ, ਮਹਾਰਾਜ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਮੇਰੀ ਗਲਤੀ ਨੂੰ क्षमा ਕਰਨਾ ਕਰੋ। ਮੈਨੂੰ ਪਤਾ ਨਹੀਂ ਸੀ ਕਿ ਆਪ ਹੀ ਗੁਰੂ ਨਾਨਕ ਦੇਵ ਜੀ ਹੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਨਹੀਂ ਭਾਈ, ਇਹਦੇ ਵਿੱਚ ਗਲਤੀ ਕਾਦੀ ਗਲਤੀ ਹੈ। ਲੈਣਦਾਰ ਜਿਹੜੇ ਹੁੰਦੇ ਉਹ ਚੜ ਕੇ ਆਉਂਦੇ ਹਨ, ਦੇਣਦਾਰ ਅਗਲ ਵੰਡੀ ਨੰਗੀ ਪੈਰੀ ਜਾਂਦੇ ਹਨ। ਇਹ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਭਾਵ ਕਿ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਦਾਤ ਜੋਤ ਖਸਮੈ ਵਡਿਆਈ। ਇਹ ਜੋ ਦਾਤ ਹੈ, ਇਹ ਜੋਤ ਟਿਕਾਉਣਾ, ਇਹ ਤਾਂ ਖਸਮ ਦੀ ਮਾਲਕ ਦੀ ਵਡਿਆਈ ਹੈ। ਇੱਥੋਂ ਤੱਕ ਆਪਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਕਥਾ ਨੂੰ ਸਰਵਣ ਕੀਤਾ ਸੀ। ਹੁਣ ਅਗਲੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਤੇ ਤਖਤਾਂ ਤੇ ਹਾਜ਼ਰੀ ਲਵਾਉਂਦਿਆਂ ਹੋਇਆ, ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਲਖਤੇ ਜ਼ਿਗਰ ਭਾਵ ਕੇ ਆਪਣੇ ਸਪੁੱਤਰਾਂ ਨੂੰ ਇਹ ਉਪਦੇਸ਼ ਦਿੰਦੇ ਹਨ, ਸਮਝਾਉਂਦੇ ਹਨ। ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਸਾਰੇ ਜਹਾਨ ਵਾਸਤੇ ਸਾਂਝਾ ਉਪਦੇਸ਼ ਹੈ। ਮਹਾਰਾਜ ਜੀ ਨੇ ਕਿਹਾ, ਮਨ ਕੀ ਮਤ ਕਰਹਿ ਜੇ ਕੋਈ, ਕਿ ਗੁਰੂ ਘਰ ਦੇ ਵਿੱਚ ਆ ਕਰਕੇ ਜਿਹੜੇ ਮਨ ਮਤ ਕਰਦੇ ਹਨ ਜਾਂ ਜਿਹੜੇ ਮਨਮਤੀਏ ਹਨ, ਮਨ ਦੇ ਪਿੱਛੇ ਲੱਗ ਕਰਕੇ ਚੱਲਦੇ, ਏਕ ਸਿੱਧ ਨਹਿ ਕੈਸੇ ਹੋਈ, ਉਹਨਾਂ ਨੂੰ ਇੱਕ ਵੀ ਜਿਹੜੀ ਸਿੱਧ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੇ ਮਨ ਦੀ ਮਤ ਦਾ ਤਿਆਗ ਕਰਨਾ ਚਾਹੀਦਾ। ਮਹਾਰਾਜ ਜੀ ਨੇ ਇਹ ਵੀ ਕਿਹਾ ਨਾ, ਮਨ ਕੀ ਮਤ ਤਿਆਗਹੁ ਹਰਿ ਜਨ। ਇਹ ਤਾਂ ਕਹਿ ਦਿੱਤਾ ਮਹਾਰਾਜ ਜੀ ਨੇ ਕਿ ਪ੍ਰਮਾਤਮਾ ਦੇ ਜਨੋ ਗੁਰਮੁਖ ਪਿਆਰਿਓ, ਮਨ ਦੀ ਮਤ ਦਾ ਤੁਸੀਂ ਤਿਆਗ ਕਰਨਾ ਕਰੋ। ਲੇਕਿਨ ਅੱਗੇ ਮਹਾਰਾਜ ਜੀ ਨੇ ਇਹ ਵੀ ਕਹਿ ਦਿੱਤਾ ਕਿ ਭਾਈ ਸੁਖੈਨ ਗੱਲ ਨਹੀਂ ਹੈ, ਇਹ ਇਹੋ ਜੀ ਕੋਈ ਚੀਜ਼ ਨਹੀਂ ਹੈ ਕਿ ਭਾਈ ਆਪ ਫੜ ਲਿਆ ਤੇ ਉਹਨੂੰ ਸੁੱਟ ਦਿੱਤਾ, ਕਹਿ ਦਿੱਤਾ ਜੀ ਤਿਆਗ ਕਰ ਦਿੱਤਾ। ਅੱਗੇ ਮਹਾਰਾਜ ਜੀ ਕਹਿੰਦੇ, ਇਹ ਬਾਤ ਕਠੈਨੀ, ਇਹ ਬਹੁਤ ਜ਼ਿਆਦੀ ਕਠਨ ਗੱਲ ਹੈ ਮਨ ਕੀ ਮਤ ਦਾ ਤਿਆਗ ਕਰਨਾ। ਕਈ ਪਿਆਰਿਓ ਗੁਰੂ ਘਰ ਦੇ ਵਿੱਚ ਵੀ ਆ ਕਰਕੇ ਜਿੱਥੇ ਆਪਾਂ ਗੁਰਮਤ ਦੇ ਧਾਰਨੀ ਬਣਦੇ ਹਾਂ, ਗੁਰਮਤ ਨੂੰ ਜਿੱਥੋਂ ਆਪਾਂ ਲੈਂਦੇ ਹਾਂ, ਉੱਥੇ ਵੀ ਆ ਕਰਕੇ ਮਨਮਤ ਕਰਦੇ। ਇਸ ਕਰਕੇ ਇਹ ਬਹੁਤ ਜ਼ਿਆਦਾ ਕਠਨ ਹੈ। ਬਿਨਾ ਆਪਨੇ ਕਰਮ ਵਡਾਈ, ਬਿਨਾ ਆਪਨੇ ਕਰਮ ਵਡਾਈ। ਤੇ ਭਾਈ ਜੋ ਵੀ ਵਡਿਆਈ ਜਿਹੜੀ ਹੈ ਨਾ, ਇਹ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ। ਕਿਨਹੂ ਪਾਈ ਖਬਰ ਨ ਰਾਈ, ਲੇਕਿਨ ਇਹ ਨਹੀਂ ਅਜੇ ਤੱਕ ਪਤਾ ਚੱਲਿਆ ਕਿ ਭਾਈ ਕਰਮਾਂ ਕਰਕੇ ਕਿਨੇ ਕੁਝ ਪ੍ਰਾਪਤ ਕਰਨਾ ਕੀਤਾ। ਇੱਥੇ ਤਾਂ ਭਾਈ ਜਿਹਦੇ ਉੱਤੇ ਕਰਮ ਲਿਖੇ ਹੋਏ ਹੁੰਦੇ ਹਨ, ਭਾਵ ਕਿ ਜਿਹਦੇ ਉੱਤੇ ਕਿਰਪਾ ਹੋ ਜਾਵੇ, ਕਿਰਪਾ ਦੇ ਹੀ ਜਿਹੜੇ ਹਨ, ਜਿਹੜੇ ਕਿਰਪਾ ਦੇ ਪਾਤਰ ਬਣ ਜਾਂਦੇ, ਉਹੀ ਗੁਰਮੁਖ ਬਣ ਕੇ ਲਾਹਾ ਲੈ ਕੇ ਜਾਂਦੇ। ਸ੍ਰੀ ਕਰਤਾਰ ਭਾਵਈ ਜੋਈ, ਸਤਿਗੁਰੂ ਜੀ ਕਹਿਣ ਲੱਗੇ, ਜੋ ਕਰਤਾਰ ਪਰਮਾਤਮਾ ਨੂੰ ਭਾਉਂਦਾ ਹੈ,
ਬਾਤ ਹੈ ਸੋਈ। ਤੇ ਉਹੀ ਪ੍ਰਤੱਖ ਗੱਲ ਹੁੰਦੀ ਹੈ, ਭਾਵ ਕਿ ਜੋ ਰੱਬ ਨੂੰ ਪਾਉਂਦਾ ਉਹਦੇ ਭਾਣੇ ਦੇ ਵਿੱਚ ਹੀ ਸਭ ਕੁਝ ਹੋ ਰਿਹਾ। ਲੈਣ ਦੇਣ ਸਭ ਤਾਹੇ ਅਧੀਨਾ। ਆ ਜਿਹੜਾ ਹੈ ਲੈਣਾ ਤੇ ਦੇਣਾ ਜਿਹੜਾ ਹੈ, ਇਹ ਸਭ ਕੁਝ ਜਿਹੜਾ ਹੈ ਉਹਦੇ ਅਧੀਨ ਹੈ। ਹਾਂ, ਸੰਸਾਰ ਦੇ ਵਿੱਚ ਤੇ ਦਾਸ ਨੇ ਜਿਸ ਤਰ੍ਹਾਂ ਪਹਿਲਾਂ ਵੀ ਕੱਲ ਦੇ ਦੀਵਾਨ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਸੰਸਾਰ ਦੇ ਵਿੱਚ ਸੰਸਾਰੀ ਮਰਾਤਬਿਆਂ ਦੇ ਵਾਸਤੇ ਜਿੰਨਾ ਬੰਦਾ ਬੇਈਮਾਨ ਹੋਵੇ, ਜਿੰਨਾ ਚਤੁਰ ਚਾਲਾਕ ਹੋਵੇ, ਰਾਜਨੀਤਿਕ ਹੋਵੇ, ਉਹ ਉਸ ਮਕਾਮ ਤੱਕ ਪਹੁੰਚ ਜਾਂਦਾ ਹੈ। ਇਹ ਗੱਲ ਜਿਹੜੀ ਹੈ, ਕਿਉਂਕਿ ਇਹਦੇ ਨਾਲ ਕਈ ਵਾਰੀ ਇਹ ਮਨ ਵਿੱਚ ਲੱਗਦਾ ਕਿ ਭਾਈ ਫਲਾਣਾ ਬੰਦਾ ਤਾਂ ਇੱਕ ਨੰਬਰ ਦਾ ਬੇਈਮਾਨ ਹੈ, ਇਹ ਬਹੁਤ ਗਲਤ ਕੰਮ ਕਰਦਾ, ਲੇਕਿਨ ਇੰਨੀ ਵੱਡੀ ਵਡਿਆਈ ਇਹਨੂੰ ਕਿਉਂ ਪ੍ਰਾਪਤ ਹੋ ਗਈ। ਆਪਾਂ ਵੇਖਦੇ ਹਾਂ ਜ਼ਿਆਦਾਤਰ ਤਾਂ ਕਈ ਥਾਵਾਂ ਤੇ ਬਾਹਰੀ ਤੌਰ ਤੇ ਜਿਹੜੇ ਹਨ ਇੱਕਦਮ ਨਿਕ੍ਰਿਸ਼ਟ ਬੰਦੇ ਹੁੰਦੇ ਹਨ, ਉਹ ਫਿਰ ਅੱਗੇ ਬਾਜੀ ਮਾਰ ਕੇ ਚੱਲ ਜਾਂਦੇ। ਇਹ ਪਿਆਰਿਓ ਸੰਸਾਰ ਦੀਆਂ ਗੱਲਾਂ ਹਨ। ਸੰਸਾਰ ਦੇ ਵਿੱਚ ਜਾਂ ਸੰਸਾਰੀ ਜਿੱਥੇ ਤੱਕ ਸੰਸਾਰੀ ਵਾਹ ਲੱਗਦਾ, ਉੱਥੇ ਤਾਂ ਆਪਾਂ ਵੇਖਦੇ ਹਾਂ ਇਮਾਨਦਾਰੀ ਤਾਂ ਬਹੁਤ ਘੱਟ ਹੈ, ਜ਼ਿਆਦਾ ਕਰਕੇ ਤਾਂ ਬੇਈਮਾਨੀ ਚੱਲਦੀ ਹੈ। ਜੋ ਜਿੰਨਾ ਬੇਈਮਾਨ ਹੋਵੇ, ਜਿੰਨਾ ਜ਼ਿਆਦਾ ਉਪਦਰਵੀ ਹੋਵੇ, ਉਹੀ ਅੱਗੇ ਵੱਧ ਜਾਂਦੇ ਹਨ। ਇਹ ਗੱਲ ਜਿਹੜੀ ਹੈ ਪਿਆਰਿਓ ਭਾਵਨਾ ਦੀ ਹੈ, ਇਹ ਅੰਤਰ ਆਤਮਾ ਦੀ ਗੱਲ ਹੈ, ਇਹ ਰੱਬ ਦੇ ਦਰ ਦੀ ਗੱਲ ਹੈ ਕਿ ਪ੍ਰਮਾਤਮਾ ਦੇ ਦਰ ਦੇ ਨਾਲ। ਕਿਉਂਕਿ ਚਤੁਰਾਈ ਜਿਹੜੀ ਹੈ, ਬੇਸ਼ੱਕ ਚਤੁਰਾਈ ਦੇ ਨਾਲ ਸੰਸਾਰ ਦੇ ਵਿੱਚ ਤਾਂ ਆਪਾਂ ਅੱਗੇ ਨਿਕਲ ਸਕਦੇ ਹਾਂ, ਲੇਕਿਨ ਚਤੁਰਾਈ ਨਾਲ ਚਤੁਰ ਭੁਜ ਪਾਈ ਹੈ। ਇਹੀ ਚਤੁਰਾਈ ਦੇ ਵਿੱਚ ਲੈ ਕਰਕੇ ਤੇ ਫਿਰ ਆਪਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ ਆ। ਮਹਾਰਾਜ ਜੀ ਨੇ ਕਿਹਾ ਨਾ ਕਿ ਜੇ ਲੱਖ ਕਰਮ ਕਮਾਈ ਹੈ ਕਿਛ ਪਵੈ ਨਾ ਬੰਧਾ, ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਧੰਤਾ। ਚਤੁਰਾਈ ਸਿਆਣਪਾ ਕਿਤੈ ਕੰਮ ਨਾ ਆਈਐ, ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਕਿ ਚਤੁਰਾਈ ਸੰਸਾਰ ਲੈਣ ਦੇਣ ਸਭ ਤਾਹੇ ਅਧੀਨਾ। ਜੋ ਵੀ ਲੈਣਾ ਹੈ, ਜੋ ਦਾਤ ਦੇਣੀ ਹੈ, ਤੇ ਜਿਹਨੂੰ ਨਾਮ ਦੀ ਦਾਤ ਦਿੰਦੇ ਹਨ। ਕਦੇ ਆਪਨੇ ਵੇਖਿਆ ਕਿ ਭਾਈ ਕੋਈ ਚਤੁਰਾਈ ਦੇ ਨਾਲ ਸੱਚਖੰਡ ਪਹੁੰਚ ਗਿਆ, ਭਾਵ ਕਿ ਦਰਗਾਹ ਦੇ ਵਿੱਚ ਪਹੁੰਚ ਗਿਆ, ਜਾਂ ਕੋਈ ਚਤੁਰਾਈ ਦੇ ਨਾਲ ਆਪਾਂ ਸੰਸਾਰ ਦੇ ਵਿੱਚ ਤਾਂ ਚਤੁਰਾਈ ਦੇ ਨਾਲ ਬਚ ਜਾਂਦੇ ਆ। ਕਈ ਵਾਰੀ ਆਪਾਂ ਵੇਖਦੇ ਹਾਂ ਕਿ ਭਾਈ ਕੋਈ ਬੰਦਾ ਇੱਕ ਨੰਬਰ ਦਾ ਕਾਤਲ ਹੈ, ਸ਼ਰੇਆਮ ਭਾਈ ਇਹਨੇ ਕਈਆਂ ਦਾ ਕਤਲ ਕਰ ਦਿੱਤਾ, ਮਾਰ ਦਿੱਤਾ, ਫਿਰ ਵੀ ਉਹ ਸੰਸਾਰੀ ਕੋਰਟਾਂ ਤੋਂ ਉਥੋਂ ਬਾਇੱਜ਼ਤ ਬਰੀ ਹੋ ਜਾਂਦੇ ਹਨ। ਸਾਰਿਆਂ ਨੂੰ ਪਤਾ ਹੁੰਦਾ ਭਈ ਇਹ ਇੱਕ ਨੰਬਰ ਦਾ ਬੇਈਮਾਨ ਹੈ, ਇਹਨੇ ਬਹੁਤ ਜ਼ਿਆਦੀ ਮਾਇਆ ਹੜੱਪ ਕਰਨੀ ਕੀਤੀ। ਸੰਸਾਰੀ ਕੋਰਟ ਕਚਹਿਰੀਆਂ ਤੋਂ ਪਿਆਰਿਓ ਚਲਾਕੀ ਦੇ ਨਾਲ ਦਲੀਲਾਂ ਦੇ ਕਰਕੇ ਬੰਦਾ ਛੁੱਟ ਸਕਦਾ। ਇਹ ਗੱਲ ਸੰਸਾਰੀ ਨਹੀਂ ਹੈ, ਇਹ ਪਾਰਲੌਕਿਕ ਗੱਲ ਹੈ। ਲੇਕਿਨ ਦਰਗਾਹ ਦੇ ਵਿੱਚ ਚਤੁਰਾਈ ਦੇ ਨਾਲ ਕੋਈ ਬਚ ਨਹੀਂ ਸਕਦਾ, ਕਿਉਂਕਿ ਉੱਥੇ ਜੋ ਵੀ ਦਾਤ ਦਿੰਦੇ ਪ੍ਰਮਾਤਮਾ ਤੇ ਜੇਤੋਂ ਵੀ ਦਾਤ ਲੈਂਦੇ ਹਨ, ਇਹ ਉਹਦੇ ਹੱਥ ਦੇ ਵਿੱਚ ਹੈ। ਔਰ ਨਾ ਕਿਸਹੂ ਕੇ ਕਰ ਕੀਨਾ, ਔਰ ਕਿਹਦੇ ਹੱਥ ਦੇ ਵਿੱਚ ਨਹੀਂ ਹੈ ਭਾਈ। ਭਾਵ ਕਿ ਪ੍ਰਮਾਤਮਾ ਰੱਬ ਜੀ ਤੋਂ ਇਲਾਵਾ ਦਾਤ ਦੇਣਾ ਜਿਹੜਾ ਹੈ, ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ, ਤੇ ਇਹ ਔਰ ਕੋਈ ਨਹੀਂ ਦੇ ਸਕਦਾ। ਸੁਨ ਕੇ ਸੁਤ ਦੋਨੋਂ ਮੁਰਝਾਨੇ, ਸੁਨ ਕਰਕੇ ਦੋਵੇਂ ਸੁੱਤ ਜਿਹੜੇ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਇਹ ਮੁਰਝਾ ਗਏ ਕਿ ਭਾਈ ਮਹਾਰਾਜ ਜੀ ਨੇ ਤਾਂ ਸਾਨੂੰ ਕੁਛ ਨਹੀਂ ਦਿੱਤਾ ਕਰਕੇ। ਹਵੈ ਅਧੀਨ ਪੁਨ ਬਚਨ ਬਖਾਨੇ, ਫਿਰ ਅਧੀਨ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ, ਨਹੀਂ ਹਮਾਰੋ ਚਾਰੋ ਕੋ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਸਤਿਗੁਰੂ ਮਹਾਰਾਜ ਸਾਡਾ ਕੀ ਚਾਰਾ ਚੱਲ ਸਕਦਾ ਹੈ, ਇਹ ਤਾਂ ਕਰਮ ਰੇਖ ਕੀ ਗਾਤ ਹੈ। ਜਿਸ ਤਰ੍ਹਾਂ ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਇਹ ਤਾਂ ਕਰਮਾਂ ਦੀ ਗੱਲ ਹੈ। ਕਰਮ ਕਰਕੇ ਅਸੀਂ ਮਹਾਰਾਜ ਆਪ ਜੀ ਦੀ ਵਡਿਆਈ ਤੋਂ ਵਾਂਝੇ ਰਹਿ ਗਏ। ਕਿਉਂਕਿ ਇੱਕ ਗੱਲ ਪਿਆਰਿਓ ਨੋਟ ਕਰਨ ਵਾਲੀ ਹੈ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਪੰਡਤ ਹਰਦਿਆਲ ਜੀ ਬਹੁਤ ਵੱਡੇ ਮਹਾਂਪੁਰਖ ਹਨ ਤੇ ਨਾਲ ਬਹੁਤ ਵੱਡੇ ਉਹਨਾਂ ਨੇ ਜੋਤਿਸ਼ ਦੀ ਵਿਦਿਆ ਜਿਹੜੀ ਹੈ ਉਹ ਵੀ ਪੜ੍ਹਨੀ ਕੀਤੀ। ਜਦੋਂ ਸਤਿਗੁਰੂ ਮਹਾਰਾਜ ਜੀ ਦੀ ਜਨਮ ਪੱਤਰੀ ਜਦੋਂ ਬਣਾਈ ਗਈ ਹੈ, ਤਾਂ ਉਸ ਵੇਲੇ ਉਹਨਾਂ ਨੇ ਜਨਮ ਪੱਤਰੀ ਦੇ ਵਿੱਚ ਲਿਖ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ
ਇਹ ਚੱਕਰਵਰਤੀ ਬਾਦਸ਼ਾਹ ਹੋਣਗੇ, ਇਹਨਾਂ ਦੇ ਸੀਸ ਦੇ ਉੱਤੇ ਛਤਰ ਝੁਲੇਗਾ। ਤੇ ਇਹ ਜਦੋਂ ਬਚਨ ਕੀਤਾ ਉਹ ਤੇ ਸੁਣ ਕਰਕੇ ਬਾਬਾ ਕਾਲੂ ਜੀ ਤਾਂ ਬਹੁਤ ਜ਼ਿਆਦਾ ਪ੍ਰਸੰਨ ਹੋਏ। ਤੇ ਫਿਰ ਬਾਅਦ ਦੇ ਵਿੱਚ ਸਤਿਗੁਰੂ ਮਹਾਰਾਜ ਦੀਆਂ ਹਰਕਤਾਂ ਵੇਖ ਕਰਕੇ, ਕਿਉਂਕਿ ਪਿਤਾ ਨੂੰ ਇਹੀ ਲੱਗਿਆ ਕਿ ਭਾਈ ਇਹ ਤਾਂ ਘਰ ਖੋਊ ਹੈ, ਘਰ ਦੇ ਵਿੱਚੋਂ ਵਸਤੂਆਂ ਲੈ ਕਰਕੇ ਬਾਹਰ ਸੁੱਟ ਕੇ ਆ ਜਾਂਦੇ ਹਨ, ਗਾਵਾਂ ਨੂੰ ਲੈ ਕਰਕੇ, ਮੱਝੀਆਂ ਨੂੰ ਲੈ ਕਰਕੇ ਦੂਜਿਆਂ ਦੇ ਖੇਤ ਚਰਾ ਕਰਕੇ ਆ ਜਾਂਦੇ, ਖੇਤਾਂ ਦਾ ਉਜਾੜਾ ਕਰ ਦਿੰਦੇ। ਇੱਕ ਵਾਰੀ ਬਹੁਤ ਗੁੱਸੇ ਵਿੱਚ ਆ ਕਰਕੇ ਉਹਨਾਂ ਨੇ ਪੰਡਤ ਹਰਦਿਆਲ ਜੀ ਦੇ ਘਰ ਦੇ ਵਿੱਚ ਚੱਲ ਗਏ, ਬਹੁਤ ਜ਼ਿਆਦਾ ਝਗੜਾ ਕੀਤਾ। ਕਹਿਣ ਲੱਗੇ, ਪੰਡਤਾ ਲੱਗਦਾ ਤੈਨੂੰ ਇਹ ਜੋਤਿਸ਼ ਦੀ ਵਿਦਿਆ ਨਹੀਂ ਆਉਂਦੀ ਹੈ। ਇਹ ਇੱਕ ਗੱਲ, ਜਾਂ ਤਾਂ ਤੂੰ ਚਾਪਲੂਸੀ ਕਰਨ ਵਾਸਤੇ, ਮੇਰੇ ਤੋਂ ਜ਼ਿਆਦਾ ਅਰਦਾਸਾਂ ਲੈਣ ਵਾਸਤੇ, ਮਾਇਆ ਲੈਣ ਵਾਸਤੇ ਤੂਨੇ ਝੂਠ ਮਾਰਨਾ ਕੀਤਾ। ਬੜਾ ਤੂੰ ਕਹਿੰਦਾ ਸੀ ਨਾ ਬਾਵਾਂ ਚੱਕ ਚੱਕ ਕਰਕੇ ਕਿ ਇਹਨਾਂ ਦੇ ਸੀਸ ਤੇ ਛਤਰ ਝੁਲੇਗਾ, ਇਹ ਰਾਜ ਕਰਨਗੇ। ਕਿੱਥੇ ਰਾਜ ਕਰਦੇ ਹਨ? ਕਿਹੜਾ ਛਤਰ ਝੁਲ ਰਿਹਾ? ਇਹ ਤਾਂ ਘਰ ਖੋਊ ਹੈ, ਘਰ ਦੇ ਵਿੱਚ ਕੋਈ ਵਸਤੂ ਨਹੀਂ ਰਹਿਣ ਦਿੰਦੇ, ਸਭ ਬਰਬਾਦ ਕਰ ਦਿੰਦੇ, ਲੁਟਾ ਦਿੰਦੇ, ਗਰੀਬਾਂ ਦੇ ਵਿੱਚ ਵੰਡ ਕੇ ਆ ਜਾਂਦੇ। ਤੇ ਫਿਰ ਪੰਡਤ ਹਰਦਿਆਲ ਨੇ ਕਿਹਾ ਕਿ ਕਾਲੂ ਜੀ ਕਿਉਂ ਤੁਸੀਂ ਗੁੱਸਾ ਹੁੰਦੇ ਹੋ? ਠੀਕ ਹੈ, ਤੁਹਾਡਾ ਲਾਜ਼ਮੀ ਵੀ ਹੈ ਗੁੱਸਾ ਹੋਣਾ। ਇੱਕ ਗੱਲ ਜਿਹੜੀ ਹੈ ਮੈਂ ਤੁਹਾਨੂੰ ਉਸ ਵੇਲੇ ਨਹੀਂ ਦੱਸੀ, ਉਹ ਮੈਂ ਹੁਣ ਤੁਹਾਨੂੰ ਦੱਸਦਾ ਹਾਂ। ਬੇਸ਼ੱਕ ਇਹਨਾਂ ਦੇ ਸੀਸ ਦੇ ਉੱਤੇ ਛਤਰ ਝੁਲੇਗਾ, ਲੇਕਿਨ ਪਰਿਵਾਰ ਵਾਲੇ ਇਤੋਂ ਵਾਜੇ ਰਹਿ ਜਾਣਗੇ। ਇਹਨਾਂ ਦੀ ਵਡਿਆਈ ਬਹੁਤ ਵੱਡੀ ਹੋਣਗੀ, ਲੇਕਿਨ ਪਰਿਵਾਰ ਦੇ ਵੇਖਣਗੇ। ਲੇਕਿਨ ਅੰਤਲਾ ਸਮਾਂ ਜਦੋਂ ਆਵੇਗਾ ਤਾਂ ਕੋਈ ਜਿਹੜੇ ਇਹਨਾਂ ਦੀ ਵਡਿਆਈ ਤੋਂ ਪ੍ਰਭਾਵਿਤ ਹੋਣਗੇ, ਬਾਕੀ ਸਾਰੇ ਇਹਨਾਂ ਨੂੰ ਆਮ ਵਿਅਕਤੀਆਂ ਵਰਗਾ ਉਹਨਾਂ ਨੇ ਜਾਣਨਾ ਹੈ। ਤੇ ਨਾਲ ਕਿਹਾ ਜੋ ਛਤਰ ਦੀ ਗੱਲ ਕੀਤੀ ਨਾ, ਇਹ ਕੋਈ ਰਾਜ ਦੀ ਛਤਰ ਦੀ ਗੱਲ ਨਹੀਂ ਹੈ, ਇਹ ਦੀਨ ਦੁਨੀਆ ਦਾ ਛਤਰ ਜਿਹੜਾ ਉਹ ਇਹਨਾਂ ਦੇ ਉੱਤੇ ਝੁੱਲੇਗਾ। ਤੇ ਉਹ ਬਚਨ ਜਿਹੜਾ ਹੈ ਪਰਿਵਾਰ ਵਾਲੇ ਤਾਂ ਪਿਆਰਿਓ ਸਾਰੇ ਅਣਜਾਣ ਰਹੇ। ਇੱਕ ਬੇਬੇ ਜੀ ਜਿਹੜੇ ਉਹੀ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਤੋਂ ਜਾਣੂ ਸਨ। ਤੇ ਜਦੋਂ ਅੰਤ ਦਾ ਸਮਾਂ ਆਇਆ ਬਾਬਾ ਕਾਲੂ ਜੀ ਤੇ ਮਾਤ ਤ੍ਰਿਪਤਾ ਜੀ, ਤਾਂ ਉਹਨਾਂ ਨੂੰ ਪਤਾ ਚੱਲਿਆ, ਜਦੋਂ ਪ੍ਰਤੱਖ ਉਹਨਾਂ ਨੇ ਨਜ਼ਾਰਾ ਤੱਕਿਆ ਬੈਕੁੰਠ ਦੇ ਵਿੱਚ, ਸਵਰਗਾਂ ਦੇ ਵਿੱਚ, ਸਾਰੇ ਪਰਿਵਾਰ ਨੂੰ ਵੇਖਿਆ, ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਭਾਈ ਜਿਨ੍ਹਾਂ ਨੂੰ ਮੈਂ ਆਮ ਆਪਣਾ ਬੱਚਾ ਜਾਣ ਕਰਕੇ ਮੰਨਦਾ ਸੀ, ਇਹ ਤਾਂ ਦੀਨ ਦੁਨੀਆ ਦਾ ਮਾਲਕ ਹੈ। ਉਹੀ ਬਚਨ ਬਾਬਾ ਸ਼੍ਰੀ ਚੰਦ ਜੀ ਕਰਦੇ ਕਿ ਪਿਤਾ ਜੀ ਸਾਡੇ ਹੱਥ ਦੇ ਵਿੱਚ ਹੈ। ਕੀ ਹੈ ਸਾਡੇ ਹੱਥ ਦੇ ਵਿੱਚ? ਇਹ ਤਾਂ ਕਰਮ ਰੇਖ ਕੀ ਗਾਤ ਹੈ। ਜਿਉ ਭਾਵੇਂ ਤਿਉ ਕਰੀਏ ਸੋ, ਜਿਸ ਤਰ੍ਹਾਂ ਆਪ ਨੂੰ ਪਾਉਂਦਾ ਨਾ ਸਤਿਗੁਰੂ ਮਹਾਰਾਜ ਆਪ ਜੀ ਕਰਨਾ ਕਰੋ। ਜਗ ਮਹਿ ਮਨਤਾ ਹੋਵੇ ਨਾ ਹਮਾਰੀ, ਲੱਗਦਾ ਕਿ ਸਾਡੇ ਸੰਸਾਰ ਦੇ ਵਿੱਚ ਕੋਈ ਮਨਤਾ ਮਹਾਨਤਾ ਨਹੀਂ ਹੋਵੇਗੀ, ਲੋਕਾਂ ਨੇ ਸਾਨੂੰ ਨਹੀਂ ਮੰਨਣਾ ਹੈ। ਕੋਈ ਨਾ ਦੇਵਹਿ ਭੇਟ ਅਗਾਰੀ, ਲੱਗਦਾ ਕਿ ਨੇ ਸਾਨੂੰ ਭੇਟਾ ਅਰਪਣ ਨਹੀਂ ਕਰਨੀ ਹੈ। ਨਾਮ ਲਾਜ ਤੁਮ ਹੀ ਕੋ ਸਾਰੀ, ਹੁਣ ਸਤਿਗੁਰੂ ਮਹਾਰਾਜ ਇਹ ਸਾਡੇ ਨਾਮ ਦੀ ਲਾਜ ਆਪ ਜੀ ਨੂੰ ਹੈ। ਕਿਉਂਕਿ ਮੋਕੋ ਕੋਏ ਨਾ ਜਾਣਤ ਕਹੀਅਤ ਦਾਸ ਤੁਮਾਰਾ, ਸਾਨੂੰ ਤਾਂ ਕੀ ਲੋਕਾਂ ਨੇ ਜਾਣਨਾ, ਸਾਨੂੰ ਤਾਂ ਆਈ ਕਹਿਣਾ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਲੜਕੇ ਹਨ, ਇਹ ਵੇਦੀ ਵੰਸ਼ੀਏ ਹਨ ਕਰਕੇ ਇਹ ਤਾਂ ਮਹਾਰਾਜ ਆਪ ਜੀ ਨੂੰ ਆਪਣੇ ਨਾਮ ਦੀ ਲਾਜ ਰੱਖਣੀ ਚਾਹੀਦੀ। ਇਉਂ ਕਹਿ ਮੁਕਤੇ ਤੂਸ਼ਨ ਧਾਰੀ, ਇਸ ਤਰ੍ਹਾਂ ਕਹਿ ਕਰਕੇ ਦੋਵੇਂ ਪੁੱਤਰ ਜਿਹੜੇ ਉਹਨਾਂ ਨੇ ਚੁੱਪੀ ਨੂੰ ਧਾਰਨ ਕਰਨਾ ਕੀਤਾ। ਗੁਣ ਖਾਨੀ ਸੁਨ ਕਰੁਣਾ ਠਾਨੀ, ਗੁਣ ਖਾਨੀ ਗੁਨਾ ਦੀ ਖਾਨ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁਣ ਕਰਕੇ ਆਪਣੇ ਪੁੱਤਰਾਂ ਦੇ ਉੱਤੇ ਕਰੁਣਾ ਕਰਨੀ ਕੀਤੀ। ਬੋਲੇ ਸੁਤਨ ਸੰਗ ਪੁਨ ਬਾਨੀ, ਫਿਰ ਆਪਣੇ ਬੱਚਿਆਂ ਦੇ ਤਾਈ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ। ਰਿੱਧ ਸਿੱਧ ਸਭ ਹੋਏ ਕੁਲ ਮਾਹੀ, ਸਤਿਗੁਰੂ ਜੀ ਕਹਿਣ ਲੱਗੇ ਬੇਟਾ ਤੁਸੀਂ ਖਾਲੀ ਨਹੀਂ ਰਹੋਗੇ, ਤੁਹਾਡੇ ਵੀ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਨੇ ਆ ਕਰਕੇ ਵਾਸਾ ਕਰਨਾ। ਪਟ ਧਨ ਧਾਮ ਟੂਟ ਕਬ ਨਾਹੀ, ਤੁਹਾਨੂੰ ਕਦੇ ਵੀ ਕੱਪੜੇ ਦੀ, ਮਾਇਆ ਦੀ, ਘਰ ਦੀ ਕੋਈ ਤੁਹਾਨੂੰ ਟੋਟਾ ਨਹੀਂ ਰਵੇਗਾ, ਸਦਾ ਤੁਹਾਡੇ ਭੰਡਾਰੇ ਭਰੇ ਹੋਏ ਰਹਿਣਗੇ। ਗੁਰੂ ਪੀਰ ਕੇ ਜੋ ਹੈ ਸਵਾਨਾ, ਕਿਉਂਕਿ ਤੁਹਾਡੀ ਤਾਂ ਕੀ ਗੱਲ ਹੈ, ਜੋ ਗੁਰੂ ਪੀਰ ਦੇ ਜਿਹੜੇ ਸਵਾਨ ਹੁੰਦੇ ਹਨ, ਕੁੱਤੇ ਹੁੰਦੇ ਹਨ। कबीर कूकर राम को मुतिया मेरो नाम, गले हमारे जेवरी जह खिंचे तह जाओ।
ਭਾਵ ਕੇ ਕਬੀਰ ਸਾਹਿਬ ਜੀ ਨੇ ਕਿਹਾ ਨਾ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ, ਮੇਰੇ ਗਲ ਦੇ ਵਿੱਚ ਜੇਵਰੀ ਹੈ ਭਾਈ। ਭਾਵ ਕੇ ਗੁਰੂ ਘਰ ਦੇ ਕੁੱਤੇ ਜਿਹੜੇ ਹਨ, ਹਮ ਕੂਕਰ ਤੇਰੇ ਦਰਬਾਰ, ਭੌਂਕਹਿ ਆ ਗਏ ਬਦਨ ਬਸਾਰ। ਸਤਿਗੁਰੂ ਮਹਾਰਾਜ ਜੀ ਦੀ ਤਾਂ ਪਿਆਰਿਓ ਕੀ ਆਪਾਂ ਗੱਲ ਕਰੀਏ, ਸਤਿਗੁਰੂ ਮਹਾਰਾਜ ਜੀ ਦੇ ਸੇਵਕਾਂ ਦੀ ਵੀ ਕੀ ਆਪਾਂ ਗੱਲ ਕਰਨਾ ਕਰੀਏ। ਗੁਰੂ ਘਰ ਦੇ ਜਿਹੜੇ ਕੁੱਤੇ ਹੁੰਦੇ ਹਨ, ਗੁਰੂ ਘਰ ਦੀ ਰਾਖੀ ਕਰਦੇ ਹਨ, ਉਹਨਾਂ ਨੂੰ ਵੀ ਪਿਆਰਿਓ ਵਡਿਆਈ ਮਿਲ ਜਾਂਦੀ ਹੈ, ਉਹਨਾਂ ਦੇ ਅੰਦਰ ਵੀ ਕਰਾਮਾਤ ਆ ਜਾਂਦੀ ਹੈ। ਸਤਿਗੁਰੂ ਮਹਾਰਾਜ ਜੀ ਦੇ ਸੇਵਕਾਂ ਨੇ ਇਹ ਪ੍ਰਤੱਖ ਕਰਕੇ ਦਿਖਾਇਆ। ਆ ਲਾਗੇ ਪਿਆਰਿਓ ਔਰੰਗਾਬਾਦ ਦਾ ਜਿਹੜਾ ਅਸਥਾਨ ਹੈ, ਜਦੋਂ ਭਾਈ ਦਇਆ ਸਿੰਘ ਸਾਹਿਬ ਜੀ ਔਰੰਗੇ ਨੂੰ ਮਿਲਣ ਵਾਸਤੇ ਗਏ ਤੇ ਔਰੰਗੇ ਨੇ ਕਿਹਾ ਕਿ ਸੁਣਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਬੜੀ ਕਰਾਮਾਤ ਹੈ, ਸੁਣਿਆ ਉਹਨਾਂ ਦੇ ਸਿੱਖਾਂ ਦੇ ਕੋਲ ਵੀ ਬੜੀ ਕਰਾਮਾਤ ਹੈ, ਕੋਈ ਮੈਨੂੰ ਕਰਾਮਾਤ ਦਿਖਾਓ। ਤਾਂ ਤੇ ਉਸ ਵੇਲੇ ਭਾਈ ਸਾਹਿਬ ਜੀ ਨੇ ਬਚਨ ਕੀਤਾ, ਭਾਈ ਦਇਆ ਸਿੰਘ ਸਾਹਿਬ ਜੀ ਨੇ ਕਿਹਾ ਕਿ ਔਰੰਗਿਆ ਸਿੱਖਾਂ ਦੀ ਤੂੰ ਕੀ ਗੱਲ ਕਰਦਾ, ਗੁਰੂ ਘਰ ਦੇ ਜਿਹੜੇ ਕੂਕਰ ਹਨ, ਕੁੱਤੇ ਹਨ, ਕਰਾਮਾਤ ਉਹਨਾਂ ਦੇ ਅੰਦਰ ਵੀ ਹੈ, ਉਹਨਾਂ ਦੇ ਅੰਦਰ ਵੀ ਕਰਾਮਾਤ ਬੋਲਦੀ ਹੈ। ਤੇ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਹੁਣੇ ਮੈਂ ਕੁੱਤਾ ਲੈ ਕੇ ਆ ਕਰਕੇ ਦਿਖਾਉਂਦਾ। ਤੇ ਇੱਕ ਕੁੱਤਾ ਲੈ ਕਰਕੇ ਆਏ, ਉਹਦੇ ਉੱਤੇ ਹੱਥ ਰੱਖਣਾ ਕੀਤਾ ਤੇ ਕਿਹਾ ਕਿ ਕੁੱਤਿਆ ਤੂੰ ਹੁਣ ਗੁਰੂ ਘਰ ਦਾ ਬਣ ਗਿਆ, ਦੱਸ। ਤੇ ਕਹਿੰਦੇ ਔਰੰਗੇ ਨੇ ਪੁੱਛਿਆ ਕਿ ਭਾਈ ਤੂੰ ਕੌਣ ਹੈ, ਕੀ ਤੇਰਾ ਨਾਮ ਹੈ। ਤੇ ਉਸ ਵੇਲੇ ਅੱਗੋਂ ਕੁੱਤਾ ਬੋਲ ਪਿਆ, ਕਹਿਣ ਲੱਗਾ ਔਰੰਗਿਆ ਬਹੁਤ ਹੋ ਗਿਆ, ਤੇ ਪਹਿਲੇ ਤੂੰ ਸਾਡਾ ਜਾਤ ਬਿਰਾਦਰ ਸੀ, ਤੂੰ ਕੁੱਤਿਆਂ ਦੇ ਵਿੱਚੋਂ ਸੀ, ਤੇ ਹੁਣ ਤੈਨੂੰ ਮਨੁੱਖਾ ਜੋਨੀ ਪ੍ਰਾਪਤ ਹੋਈ, ਤਾਂ ਵੀ ਤੇਰਾ ਸਰੀਰ ਤਾਂ ਬਦਲ ਗਿਆ, ਲੇਕਿਨ ਤੇਰੀ ਬਿਰਤੀ ਕੁੱਤਿਆਂ ਵਰਗੀ ਰਹਿ ਗਈ ਹੈ। ਚਾਕੀ ਚਾਟੈ ਚੂਨ ਖਾਏ, ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਛੀਕੇ ਪਰ ਤੇਰੀ ਬਹੁਤ ਡੀਠ, ਮਤ ਲਕਰੀ ਸੋਟਾ ਤੇਰੀ ਪਰੈ ਪੀਠ। ਤੇਰੀ ਬਿਰਤੀ ਤਾਂ ਕੁੱਤਿਆਂ ਵਾਲੀ ਰਹਿ ਗਈ ਹੈ, ਕੋਈ ਨਹੀਂ ਤੂਨੇ ਮਰ ਜਾਣਾ, ਥੋੜੇ ਕੋ ਦਿਨਾਂ ਦੇ ਵਿੱਚ ਮਰ ਕਰਕੇ ਫਿਰ ਸਾਡੀ ਬਰਾਦਰੀ ਦੇ ਵਿੱਚ ਆ ਜਾਣਾ ਹੈ। ਕਹਿਣ ਦਾ ਭਾਵ ਕਿ ਗੁਰੂ ਘਰ ਦੇ ਕੁੱਤਿਆਂ ਦੇ ਵਿੱਚ ਵੀ ਪਿਆਰਿਓ ਕਰਾਮਾਤ ਹੁੰਦੀ ਹੈ। ਗੁਰੂ ਘਰ ਦੇ ਜਿਹੜੇ ਰਾਖੇ ਹੁੰਦੇ ਹਨ ਕੁੱਤੇ, ਉਹਨਾਂ ਦੀ ਵੀ ਸੇਵਾ ਹੁੰਦੀ ਹੈ। ਅੱਜ ਵੀ ਪਿਆਰਿਓ ਜੇ ਵੇਖਣਾ ਨਾ, ਲੰਗਰ ਸਾਹਿਬ ਆਪ ਜੀ ਚੱਲ ਜਾਓ, ਜਿਹੜੇ ਉੱਥੇ ਗੁਰੂ ਘਰ ਦੇ ਵਿੱਚ ਕੁੱਤੇ ਬੈਠ ਕਰਕੇ ਪਹਿਰਾ ਦਿਆ ਕਰਦੇ ਸਨ। ਬਾਬਾ ਸ਼੍ਰੀ ਚੰਦ ਜੀ ਨੇ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਕੀਤਾ ਸੀ। ਜਗਤ ਬਿਰਾਜੋ ਸਭ ਤੇ ਊਚੇ, ਜਗਤ ਦੇ ਵਿੱਚ ਤੁਹਾਡਾ ਵੀ ਬੜਾ ਸਨਮਾਨ ਹੋਵੇਗਾ ਗੁਰੂ ਪੁੱਤਰ ਕਰਕੇ। ਤੁਮਰੀ ਸਮਤਾ ਕੋ ਨਾ ਪਹੁੰਚੇ, ਤੁਹਾਡੇ ਸਮਾਨ ਕੋਈ ਨਹੀਂ ਪਹੁੰਚ ਸਕਦਾ। ਮਹਾਰਾਜ ਜੀ ਨੇ ਕਿਹਾ ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਜਨਨੀ, ਜਿਨ ਜਨ ਜਨੇ। ਤੇ ਉਹ ਵੰਸ ਜਿਹੜੀ ਹੈ, ਧਨ ਸੋ ਵੰਸ, ਉਹ ਵੰਸ ਵੀ ਪਿਆਰਿਓ ਧਨਤਾ ਦੇ ਯੋਗ ਬਣ ਜਾਂਦੀ ਹੈ। ਧਨ ਸੋ ਮਾਤਾ, ਉਹ ਮਾਤਾ ਵੀ, ਧਨ ਸੋ ਪਿਤਾ, ਉਹ ਪਿਤਾ ਵੀ ਜਿਹੜੇ ਧਨਤਾ ਦੇ ਯੋਗ ਹੋ ਜਾਂਦੇ ਹਨ। ਜਿਨ ਜਨ ਜਣੇ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਜਨਮ ਦਿੱਤਾ, ਭਾਵ ਕਿ ਜਿਨ੍ਹਾਂ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ, ਉਹ ਕੁਲ ਵੀ ਪਿਆਰਿਓ ਬਹੁਤ ਚੜ੍ਹਦੀ ਕਲਾ ਵਾਲੀ, ਭਾਵ ਕਿ ਉਹ ਵੀ ਧਨਤਾ ਦੇ ਯੋਗ ਹੋ ਜਾਂਦੀ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨਾ ਡਿਠਾ ਤਿਨਾ ਲਏ ਛਡਾਏ। ਸਤਿਗੁਰੂ ਮਹਾਰਾਜ ਜੀ ਦੀ ਕੁਲ ਵੀ ਧਨਤਾ ਦੇ ਯੋਗ ਹੈ। ਸਮਝੋ ਕਿ ਅਸਾਂ ਨੇ ਤੁਹਾਨੂੰ ਬਚਨ ਕੀਤਾ ਕਿ ਤੁਹਾਡੀ ਵੀ ਵਡਿਆਈ ਹੋਵੇਗੀ। ਹਾਂ, ਬੇਸ਼ੱਕ ਤੁਹਾਡੀ ਵੀ ਵਡਿਆਈ ਹੋਵੇਗੀ, ਲੇਕਿਨ ਸ਼ਬਦ ਦੀ ਵਡਾਈ ਜਿਹੜੀ ਹੈ, ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕੋ। ਭੱਟਾਂ ਨੇ ਜਿਹੜਾ ਬਚਨ ਕੀਤਾ ਨਾ, ਇੱਥੇ ਨਾਮ ਦੀ ਵਡਿਆਈ, ਸ਼ਬਦ ਦੀ ਵਡਿਆਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰ ਅੰਗਦ ਦੇਵ ਜੀ ਨੂੰ ਦੇ ਦਿੱਤੀ। ਮਹਾਰਾਜ ਨੇ ਇਹ ਵੀ ਕਹਿ ਦਿੱਤਾ, ਮਤਾ ਕਿਤੇ ਗੁਰਤਾ ਗੱਦੀ ਦਾ ਦਾਵਾ ਕਰਨਾ, ਗੁਰਤਾ ਗੱਦੀ ਦਾ ਦਾਵਾ ਨਹੀਂ ਕਰਨਾ। ਗੁਰਤਾ ਗੱਦੀ ਤਾਂ ਗੁਰ ਅੰਗਦ ਦੇਵ ਜੀ ਨੂੰ ਪ੍ਰਾਪਤ ਹੋ ਗਈ ਹੈ, ਉਹ ਤਾਂ ਧੁਰ ਦਰਗਾਹ ਤੋਂ ਲਿਖਾ ਕਰਕੇ ਲੈ ਕੇ ਆਏ ਸਨ। ਨਾਮ ਕੀ ਵਡਾਈ, ਸ਼ਬਦ ਕੀ ਵਡਾਈ, ਗੁਰਤਾ ਗੱਦੀ ਦੀ ਵਡਿਆਈ ਤਾਂ ਉਹਨਾਂ ਨੂੰ ਮਿਲ ਗਈ। ਹਾਂ, ਦੂਜੀ ਛੋਟੀ ਮੋਟੀ ਦੂਜੀ ਵਡਿਆਈ ਉਹ ਤੁਹਾਨੂੰ ਵੀ ਮਿਲੇਗੀ। ਜਿਉ ਲੀਨੀ ਕੀ ਘਾਲ ਵਿਸ਼ੇਖੀ, ਕਿਉਂਕਿ ਉਹਨਾਂ ਨੇ ਜੋ ਲਈ ਹੈ, ਇੱਕ ਤਾਂ ਦੋ ਧੁਰ ਦਰਗਾਹ ਤੋਂ ਲੇਖ ਲਿਖੇ ਹੋਏ ਹਨ, ਤੇ ਬਾਅਦ ਦੇ ਵਿੱਚ ਉਹਨਾਂ ਨੇ
ਇੱਥੇ ਪਿਆਰਿਓ ਦੂਜੇ ਕਰਮ ਦਾ ਵੀ ਅਰਥ ਸਪਸ਼ਟ ਹੁੰਦਾ ਹੈ, ਸਿੱਧ ਹੁੰਦਾ। ਇੱਕ ਤਾਂ ਧੁਰ ਦਰਗਾਹ ਤੋਂ ਲਿਖਾ ਕਰਕੇ ਲੈ ਕੇ ਆਏ, ਪਰਮਾਤਮਾ ਦੀ ਬਖਸ਼ੀਸ਼ ਲੈ ਕਰਕੇ ਆਏ, ਤੇ ਦੂਜਾ ਗੁਰੂ ਘਰ ਦੇ ਵਿੱਚ ਆ ਕਰਕੇ ਪਰਮਾਤਮਾ ਦਾ ਕਰਮ ਲੈ ਕਰਕੇ ਆਏ, ਤੇ ਗੁਰੂ ਘਰ ਦੇ ਵਿੱਚ ਉਹਨਾਂ ਨੇ ਸ਼ੁਭ ਕਰਮ ਵੀ ਕਰਨੇ ਕੀਤੇ, ਅਣਥੱਕ ਸੇਵਾਵਾਂ ਕੀਤੀਆਂ, ਤੇ ਉਹ ਸੇਵਾ ਤੋਂ ਪ੍ਰਸੰਨ ਹੋ ਕਰਕੇ ਰੱਬ ਦੀ ਦਾਤ ਨੂੰ ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਦਿੱਤੀ। ਨਿਰਹੰਕਾਰ ਰਹਿਓ ਅਨੁਸਾਰੀ, ਉਹਨਾਂ ਨੇ ਨਿਰਅਹੰਕਾਰੀ ਬਣ ਕਰਕੇ, ਅਨੁਸਾਰੀ ਬਣ ਕਰਕੇ ਆਪਣਾ ਜੀਵਨ ਯਾਪਨ ਕਰਨਾ ਕੀਤਾ। ਰਿਦੇ ਸਦੀਵ ਸੇਵ ਜਿਸ ਪਿਆਰੀ, ਜਿਨ੍ਹਾਂ ਦੇ ਮਨ ਦੇ ਵਿੱਚ ਸਦਾ ਸੇਵਾ ਦੇ ਨਾਲ ਹੀ ਪਿਆਰ ਸੀ। ਕਦੇ ਵੀ ਪਿਆਰਿਓ ਕਾਨ ਕਨੌੜ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਸੇਵਾ ਵਿੱਚ ਨਹੀਂ ਕਰਨੀ ਕੀਤੀ। ਜਦੋਂ ਵੀ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਿਹਾ ਤੇ ਉਸੇ ਵੇਲੇ ਸਤ ਬਚਨ ਜੀ ਕਹਿ ਕਰਕੇ ਤੁਰੰਤ ਚੱਲ ਜਾਂਦੇ ਸਨ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਪੁਰਖਾ ਜਾਓ, ਸੰਗਤਾਂ ਆਈਆਂ ਹੋਈਆਂ, ਆਹ ਦੇਖੋ ਕਿੱਕਰ ਦੇ ਦਰਖਤ, ਉਹਦੇ ਉੱਤੇ ਚੜ ਕਰਕੇ ਮਠਿਆਈਆਂ ਚੜਾ ਕੇ ਲੈ ਕੇ ਆਓ, ਸੰਗਤਾਂ ਨੂੰ ਛਕਾ ਕੇ ਆਓ। ਪੁੱਤਰਾਂ ਨੇ ਕਹਿ ਦਿੱਤਾ, ਹਾਸਾ ਕੀਤਾ, ਮਹਾਰਾਜ ਐਵੇਂ ਮਜ਼ਾਕਾ ਕਰਦੇ, ਕਿੱਕਰਾਂ ਦੇ ਦਰਖਤ ਦੇ ਵਿੱਚੋਂ ਮਠਿਆਈ ਥੋੜੀ ਗਿਰੇਗੀ, ਉੱਥੇ ਕੰਡਿਆਲੀ ਹੈ, ਉੱਥੇ ਤਾਂ ਸਤਿਗੁਰੂ ਮਹਾਰਾਜ ਖਖੜੀਆਂ ਲੱਗੀਆਂ ਹੋਈਆਂ, ਤੇ ਜਦੋਂ ਆਪਾਂ ਚੜਾਵਾਂਗੇ ਤਾਂ ਉਹੀ ਪ੍ਰਾਪਤ ਹੋਵੇਗਾ। ਸਾਰੇ ਪਿਆਰਿਓ ਹਟ ਗਏ, ਮਜ਼ਾਕ ਕਰਨਾ ਕੀਤਾ। ਲੇਕਿਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਸਨ, ਉਹਨਾਂ ਨੇ ਕਿਹਾ ਪੁਰਖਾ, ਭਾਵ ਕੇ ਬਾਬਾ ਲੈਣਾ ਜੀ ਨੂੰ ਕਿਹਾ, ਤੁਸੀਂ ਸਮਝਦਾਰ ਹੋ, ਵਿਦਵਾਨ ਹੋ, ਪੜ੍ਹੇ ਲਿਖੇ ਹੋ, ਤੁਹਾਨੂੰ ਵੀ ਇਹ ਗੱਲ ਦਾ ਪਤਾ ਹੈ ਕਿ ਕਦੇ ਕੰਡਿਆਲੀ ਤੋਂ, ਕਿਕਰਾਂ ਤੋਂ ਮਠਿਆਈ ਥੋੜੀ ਗਿਰ ਸਕਦੀ ਹੈ। ਚਲੋ ਮਹਾਰਾਜ ਜੀ ਨੇ ਕਹਿ ਦਿੱਤਾ, ਲੇਕਿਨ ਤੁਸੀਂ ਤਾਂ ਸਮਝਦਾਰ ਜੋ, ਕੰਡੇ ਗਿਰਨ, ਮੈਨੂੰ ਤਾਂ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਦੇ ਨਾਲ ਕੰਮ ਹੈ। ਜੋ ਮਹਾਰਾਜ ਜੀ ਨੇ ਬਚਨ ਕੀਤਾ, ਮੈਨੇ ਇਹ ਗੱਲ ਜਿਹੜੀ ਹੈ ਆਉਣ ਤੋਂ ਪਹਿਲਾਂ ਹੀ ਗੁਰੂ ਕੇ ਮਠਿਆਈ ਗਿਰੇਗੀ ਜਾਂ ਕੰਡਿਆਲੀ ਗਿਰੇਗੀ, ਮੈਂ ਤਾਂ ਸਤਿਗੁਰੂ ਮਹਾਰਾਜ ਜੀ ਦਾ ਗੁਲਾਮ ਹਾਂ, ਮੈਂ ਤਾਂ ਮਹਾਰਾਜ ਜੀ ਦਾ ਬਚਨ ਮੰਨਣਾ। ਅੱਧੀ ਰਾਤ ਨੂੰ ਮਹਾਰਾਜ ਜੀ ਨੇ ਕਿਹਾ ਕਿ ਆ ਬਸਤਰ ਧੋ ਕੇ ਲੈ ਕੇ ਆਓ, ਨਾਲ ਸੁਖਾ ਕੇ ਲੈ ਕੇ ਆਓ। ਪੁੱਤਰਾਂ ਨੇ ਕਹਿ ਦਿੱਤਾ, ਕੋਈ ਗੱਲ ਨਹੀਂ ਹੈ ਮਹਾਰਾਜ, ਕਾਮੇ ਲਾਏ, ਨੌਕਰਾਂ ਨੂੰ ਲਾਇਆ ਹੈ, ਕੱਲ ਕਰ ਲਵਾਂਗੇ ਜਾਂ ਨੌਕਰਾਂ ਨੂੰ ਭੇਜ ਦੇਵਾਂਗੇ। ਬਾਬਾ ਲੈਣਾ ਜੀ ਨੇ ਇਹ ਨਹੀਂ ਕਿਹਾ, ਉਹਨਾਂ ਨੇ ਕਿਹਾ ਸਤ ਬਚਨ ਜੀ। ਚੂਹੀ ਜਦੋਂ ਮਰ ਗਈ ਤੇ ਸਾਰਿਆਂ ਨੇ ਇਨਕਾਰ ਕਰ ਦਿੱਤਾ, ਕਿਹਾ ਨਹੀਂ ਮਹਾਰਾਜ ਅਸੀਂ ਹੱਥ ਨਹੀਂ ਲਾਉਣਾ, ਨੌਕਰਾਂ ਨੂੰ ਬੁਲਾ ਕਰਕੇ ਚਕਵਾ ਦੇਵਾਂਗੇ। ਲੇਕਿਨ ਮਹਾਰਾਜ ਜੀ ਨੇ ਜਦੋਂ ਇਸ਼ਾਰਾ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਨੇ ਮੂੰਹ ਨਹੀਂ ਮੋੜਿਆ। ਇਹ ਨਹੀਂ ਕਿਹਾ ਕਿ ਚਲੋ ਜੀ ਕੋਈ ਸੇਵਾਦਾਰ ਨੂੰ ਬੁਲਾ ਕਰਕੇ ਇਹਨੂੰ ਚੁਕਵਾਈਏ, ਆਪ ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਚੁਕਣਾ ਕੀਤਾ। ਉਹ ਸਤਿਗੁਰੂ ਮਹਾਰਾਜ ਸਭ ਕੁਝ ਯਾਦ ਕਰਾ ਰਹੇ ਹਨ। ਜੋ ਅਸੀਂ ਬਚਨ ਕਰਦੇ ਸੀ, ਬਾਬਾ ਲੈਣਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਸੱਤ ਕਰਕੇ ਮੰਨਿਆ, ਸੇਵਾ ਦੇ ਵਿੱਚ ਤਤਪਰ ਰਹੇ। ਆਇਸ ਵਿਖੇ ਬਿਲਮ ਨਹੀਂ ਕੀਤੀ, ਆਇਸ ਦੇ ਵਿੱਚ ਕਦੇ ਵੀ ਉਹਨਾਂ ਨੇ ਬਿਲਮ ਨਹੀਂ ਕਰਨੀ ਕੀਤੀ, ਦੇਰੀ ਨਹੀਂ ਕੀਤੀ ਹੈ। ਅੱਧੀ ਰਾਤ ਨੂੰ ਕਿਹਾ ਕਿ ਜਾਓ ਪੁਰਖਾ ਬਸਤਰ ਧੋ ਕੇ ਆਓ, ਤੇ ਫਿਰ ਇਹ ਨਹੀਂ ਕਿਹਾ ਕੋਈ ਗੱਲ ਨਹੀਂ ਹੈ ਮਹਾਰਾਜ, ਹਾਲੇ ਮੈਂ ਸੁੱਤਾ ਹਾਂ, ਹਾਲੇ ਆਰਾਮ ਕਰ ਲੈਣ ਦਿਓ, ਅੰਮ੍ਰਿਤ ਵੇਲੇ ਜਾਂ ਦਿਨ ਚੜ੍ਹਦੇ ਜਾਵਾਂਗਾ। ਉਸੇ ਵੇਲੇ ਸਤ ਬਚਨ ਕਹਿ ਕਰਕੇ ਤੁਰ ਪਏ। ਸੂਧੀ ਹੋਏ ਅਥਵਾ ਵਿਪਰੀਤੀ, ਤੇ ਕੋਈ ਗੱਲ ਜਿਹੜੀ ਹੈ ਤੇ ਗੱਲ ਸੂਧੀ ਹੋਵੇ ਜਾਂ ਵਿਪਰੀਤੀ ਗੱਲ ਹੋਵੇ, ਭਾਵ ਕਿ ਸਿੱਧੀ ਗੱਲ ਹੋਵੇ ਜਾਂ ਟੇਢੀ ਗੱਲ ਹੋਵੇ, ਗਲਤ ਗੱਲ ਹੋਵੇ, ਉਹਨਾਂ ਨੇ ਇਹਦਾ ਕੋਈ ਪਰਵਾਹ ਨਹੀਂ ਕਰਨਾ ਕੀਤਾ ਕਿ ਕੰਮ ਸਿੱਧਾ ਜਾਂ ਇਹ ਕੰਮ ਗਲਤ ਹੈ। ਜੋ ਮਹਾਰਾਜ ਜੀ ਨੇ ਕਿਹਾ ਉਹਨੂੰ ਸੱਤ ਕਹਿ ਕਰਕੇ ਮੰਨਿਆ। ਇਹਦਾ ਮਤਲਬ ਜਿਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਭਾਂਡਾ ਜਿਹੜਾ ਬਾਟਾ, ਉਹ ਫਿਰ ਇਹਦੇ ਛੱਪੜ ਦੇ ਵਿੱਚ ਸੁੱਟ ਦਿੱਤਾ, ਤੇ ਛੱਪੜ ਦਾ ਵੀ ਪਿਆਰਿਓ ਪੂਰਾ ਪਾਣੀ ਸੁੱਕ ਗਿਆ, ਕਿੱਚੜ ਨਾਲ ਭਰਿਆ ਹੋਇਆ, ਤੇ ਉਹਦੇ ਵਿੱਚ ਸੁੱਟ ਦਿੱਤਾ। ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਬੱਚਿਆਂ ਨੂੰ ਕਿਹਾ, ਸੇਵਾਦਾਰਾਂ ਨੂੰ ਵੀ ਕਿਹਾ, ਸਾਰਿਆਂ ਨੇ ਕਹਿ ਦਿੱਤਾ ਨਹੀਂ ਮਹਾਰਾਜ, ਆ ਨਿੱਕਾ ਜਿਹਾ ਪਤੀਲਾ, ਇਹਦੇ ਨਾਲ ਕੀ ਲੈਣਾ, ਕੋਈ ਨਹੀਂ ਅਸੀਂ ਦੂਜਾ ਬਣਾ ਕੇ ਲੈ ਕੇ ਆਵਾਂਗੇ, ਇਹ ਤਾਂ ਪਲੀਤ ਹੋ ਗਿਆ, ਨਾਲ ਅਸੀਂ ਵੜਾਂਗੇ ਚਿੱਕੜ ਦੇ ਵਿੱਚ, ਚਿੱਕੜ ਦੇ ਨਾਲ ਅਸੀਂ ਵੀ ਪਲੀਤ ਹੋ ਜਾਵਾਂਗੇ। ਇਨਕਾਰ ਕਰ ਦਿੱਤਾ। ਲੇਕਿਨ ਸਤਿਗੁਰੂ ਮਹਾਰਾਜ ਜੀ ਨੂੰ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਕਿਹਾ, ਬੇਸ਼ੱਕ ਪਿਆਰਿਓ ਕੰਮ ਤਾਂ ਪੁੱਠਾ ਕੰਮ ਸੀ, ਇਹ ਸਿੱਧਾ ਕੰਮ ਥੋੜੀ ਹੈ। ਹਾਂ ਕਿਥੇ ਤੁਸੀਂ ਐ ਸੁੱਟਦੇ ਹੋ ਪੱਧਰੀ ਜ਼ਮੀਨ ਦੇ ਉੱਤੇ, ਤੇ ਉੱਥੋਂ ਕਹਿ ਦਿਓ ਕਿ ਭਾਈ ਆ ਬੇਟਾ ਇਹ ਪਿਆ ਹੋਇਆ, ਇਹਨੂੰ ਲੈ ਕੇ ਆਓ,
ਤੇ ਆਪਾਂ ਮੰਨ ਸਕਦੇ ਹਾਂ ਜੀ ਆ ਤਾਂ ਸਿੱਧਾ ਕੰਮ ਹੈ। ਕਿੰਨੀ ਇਹ ਵਿਪਰੀਤੀ ਵਾਲਾ ਕੰਮ ਸੀ, ਟੇੜਾ ਮੇੜਾ ਜਿਹਾ ਕੰਮ ਸੀ, ਲੇਕਿਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਮਹਾਰਾਜ ਜੀ ਦੇ ਮੁਖ ਮਸਤਕ ਦੇ ਉੱਤੇ ਬਹੁਤ ਜ਼ਿਆਦੀ ਆਭਾ ਜਿਹੜੀ ਹੈ ਜਾਹੋ ਜਲਾਲ ਭਖ ਰਿਹਾ ਹੈ। ਬਾਲ ਅੰਸ਼ ਮਾਲੀ ਯੁਤ ਲਾਲੀ, ਬਾਲ ਅੰਸ਼ ਜਿਸ ਤਰ੍ਹਾਂ ਕਿ ਨਿੱਕੇ ਛੋਟੇ ਜਿਹੜੇ ਬੱਚੇ ਹੁੰਦੇ ਬੜੇ ਪਿਆਰੇ ਕੋਮਲ ਹੁੰਦੇ ਹਨ, ਉਹਨਾਂ ਦੇ ਮੁਖਾਰ ਉਹਨਾਂ ਦਾ ਮੁਖੜਾ ਵੀ ਜਿਹੜਾ ਹੱਥ ਪੈਰ ਵੀ ਬੜੇ ਕਰੂਮਲੇ ਜਿਹੇ ਹੁੰਦੇ, ਥੋੜਾ ਵੀ ਜੇ ਤੇ ਹਵਾ ਦਾ ਬੁੱਲਾ ਵੀ ਵੱਜ ਜਾਵੇ ਤੇ ਇੱਕਦਮ ਪਿਆਰਿਓ ਸਰੀਰ ਉਹਨਾਂ ਦਾ ਲਾਲ ਹੋ ਜਾਂਦਾ ਹੈ, ਬੜੇ ਕੋਮਲ ਹੁੰਦੇ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਆਰਬਲਾ ਕਰਕੇ ਤਾਂ ਪਿਆਰਿਓ ਤਕਰੀਬਨ 70-72 ਸਾਲ ਦੀ ਆਰਬਲਾ ਸਰੀਰ ਦੀ, ਲੇਕਿਨ ਮਹਾਰਾਜ ਜੀ ਦਾ ਮੁਖ ਮਸਤਕ ਜਿਸ ਤਰ੍ਹਾਂ ਬੱਚਿਆਂ ਦੇ ਚਿਹਰਾ ਜਿਹੜਾ ਕੋਮਲ ਹੁੰਦਾ, ਉਹਦੇ ਵਿੱਚ ਨਿਰਕਲਸ ਹੁੰਦਾ, ਉਹਨਾਂ ਦੇ ਅੰਦਰ ਕੋਈ ਕਲੇਸ਼ ਨਹੀਂ ਹੁੰਦਾ, ਕੋਈ ਤਰੇਵੜੀਆਂ ਨਹੀਂ ਹੁੰਦੀਆਂ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਖਿੜਿਆ ਹੋਇਆ ਲਾਲੀ ਭਖ ਰਹੀ ਹੈ। ਗਿਆਨ ਕਿਰਨ ਤੇ ਰਹਿਓ ਪ੍ਰਕਾਸ਼ੇ, ਗਿਆਨ ਰੂਪੀ ਕਿਰਨਾਂ ਦੇ ਨਾਲ ਸਤਿਗੁਰੂ ਮਹਾਰਾਜ ਪ੍ਰਕਾਸ਼ਮਾਨ ਹੋ ਰਹੇ ਹਨ। ਸੇਵਕ ਰਿੱਧ ਅਰਬਿੰਦ ਵਿਕਾਸੇ, ਸੇਵਕਾਂ ਦੇ ਜਿਹੜੇ ਹਿਰਦੇ ਉਹ ਤਾਂ ਕਮਲ ਫੁੱਲ ਦੇ ਵੱਧ, ਜਿਸ ਤਰ੍ਹਾਂ ਕਿ ਕਿਰਨਾਂ ਨੂੰ ਵੇਖ ਕਰਕੇ ਕਮਲ ਦੇ ਫੁੱਲ ਖਿੜ ਜਾਂਦੇ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਿੱਖ ਰੂਪੀ ਕਮਲ ਦੇ ਫੁੱਲ ਖਿੜ ਰਹੇ ਹਨ। ਭਰੇ ਕਿਰਪਾ ਰਸ ਨਯਨ ਰਸੀਲੇ, ਸਤਿਗੁਰੂ ਮਹਾਰਾਜ ਕਿਰਪਾ ਰਸ ਦੇ ਵਿੱਚ ਭਿੱਜੇ ਹੋਏ ਨੈਣ ਮਹਾਰਾਜ ਜੀ ਦੇ ਰਸੀਲੇ ਹਨ। ਕਰੂਰ ਦ੍ਰਿਸ਼ਟੀ ਨਹੀਂ ਹੈ, ਪ੍ਰੇਮ ਦੀ ਦ੍ਰਿਸ਼ਟੀ ਦੇ ਨਾਲ ਰਸੀਆ ਸੰਸਾਰ ਦੇ ਵਿੱਚ ਆਉਣਾ ਹੋਇਆ, ਬੜੇ ਸੁਸ਼ੀਲ ਹਨ, ਬੜੇ ਛਬੀਲੇ ਹਨ। ਸਭ ਦਿਸ਼ ਦੇਖਤ ਕਰਤ ਕਿਰਤਾਰਥ, ਕਿਹੋ ਜਿਹਾ ਨਜ਼ਾਰਾ ਹੋਵੇਗਾ ਪਿਆਰਿਓ, ਆਪਾਂ ਇੱਕ ਅਨੁਮਾਨ ਹੀ ਲਾ ਸਕਦੇ ਹਾਂ। ਸਤਿਗੁਰੂ ਮਹਾਰਾਜ ਉਹੀ ਮਰਨ ਸਈਆ ਦੇ ਉੱਤੇ ਬੈਠੇ ਹੋਏ ਦਬ ਦੀ ਜਿਹੜੀ ਵਿਛਾਈ ਕੀਤੀ ਹੋਈ ਹੈ, ਉਹਦੇ ਉੱਤੇ ਬੈਠ ਕਰਕੇ ਸਾਰਿਆਂ ਨੂੰ ਨਿਗਾਹ ਭਰ ਭਰ ਕੇ ਤੱਕ ਰਹੇ, ਵੇਖ ਰਹੇ। ਦਰਸਹਿ ਬ੍ਰਿੰਦ ਪਾਏ ਪਰਮਾਰਥ, ਸਾਰਿਆਂ ਨੂੰ ਵੇਖ ਕਰਕੇ ਮਹਾਰਾਜ ਜੀ ਕਿਰਤਾਰਥ ਕਰ ਰਹੇ। ਹੁਣ ਜਿਹੜੀਆਂ ਵੀ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰ ਰਹੀਆਂ ਉਹ ਕਿਰਤਾਰਥ ਹੋ ਰਹੀਆਂ, ਉਹਨਾਂ ਨੂੰ ਜਨਮ ਪਦਾਰਥ ਦੀ ਪ੍ਰਾਪਤੀ ਹੋ ਰਹੀ ਹੈ। ਤਿਸ ਖਿਨ ਬੁੱਢੇ ਦਵੈ ਕਰ ਜੋੜੇ, ਉਸ ਵੇਲੇ ਬਾਬਾ ਬੁੱਢਾ ਜੀ ਵੀ ਸੰਗਤ ਦੇ ਵਿੱਚ ਮੌਜੂਦ ਸਨ। ਉਹਨਾਂ ਨੇ ਦੋਵੇਂ ਹੱਥ ਜੋੜ ਕਰਕੇ ਦ੍ਰਿਸ਼ਟ ਲਾਏ ਪਦ ਪੰਕਜ ਊਰੇ, ਸਤਿਗੁਰੂ ਮਹਾਰਾਜ ਜੀ ਦੇ ਚਿਹਰੇ ਦੇ ਵੱਲ, ਮਹਾਰਾਜ ਜੀ ਦੇ ਸਰੀਰ ਦੇ ਵੱਲ ਦ੍ਰਿਸ਼ਟ ਲਾ ਕਰਕੇ ਦਰਸ਼ਨ ਕਰ ਰਹੇ ਤੇ ਨਾਲ ਹੱਥ ਜੁੜੇ ਹੋਏ। ਗੁਰ ਜੀ ਬਚ ਸੁਨਬੇ ਕਹਿ ਅਰਜੀ, ਸਤਿਗੁਰੂ ਮਹਾਰਾਜ ਜੀ ਨੂੰ ਫਿਰ ਉਹਨਾਂ ਨੇ ਬੇਨਤੀ ਕਰਨੀ ਕੀਤੀ, ਅਰਜ ਕਰਨੀ ਕੀਤੀ। ਸ੍ਰੀ ਗੁਰੂ ਜੀ ਸਭ ਸਿੱਖਨ ਮਰਜੀ, ਕਹਿੰਦੇ ਸਤਿਗੁਰੂ ਮਹਾਰਾਜ ਇਹ ਸਾਰੇ ਸਿੱਖਾਂ ਦੀ ਮਰਜ਼ੀ ਹੈ, ਭਾਵ ਕਿ ਇਹ ਮੇਰਾ ਬਚਨ ਨਹੀਂ ਹੈ, ਸਮੁੱਚੇ ਸਿੱਖਾਂ ਦਾ ਇਹ ਸਤਿਗੁਰੂ ਮਹਾਰਾਜ ਉਹਨਾਂ ਦੀ ਮਰਜ਼ੀ, ਭਾਵ ਕਿ ਉਹਨਾਂ ਦੀ ਮਨ ਦੀ ਗੱਲ ਉਹਨਾਂ ਨੇ ਮੈਨੂੰ ਕਿਹਾ ਤੇ ਮਹਾਰਾਜ ਮੈਂ ਆਪ ਜੀ ਨੂੰ ਅਰਜ ਕਰ ਰਿਹਾ ਹਾਂ। ਉੱਤਮ ਵਾਹਿਗੁਰੂ ਸਤਨਾਮ, ਆਪ ਜੀ ਨੇ ਜੋ ਜਾਪ ਦਿੱਤਾ ਨਾ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ, ਇਹ ਸਤਨਾਮ ਦਾ ਜੋ ਆਪ ਜੀ ਨੇ ਚੱਕਰ ਚਲਾਉਣਾ ਕੀਤਾ, ਜੋ ਸਿੱਖਾਂ ਨੂੰ ਇਹ ਕਿਹਾ ਕਿ ਭਾਈ ਇਹ ਆਪ ਜੀ ਜਾਪ ਕਰਨਾ ਕਰੋ, ਇਹ ਗੁਰਮੰਤਰ ਜੋ ਆਪ ਜੀ ਨੇ ਦਿੱਤਾ ਹੈ। ਉਪਦੇਸ਼ਿਓ ਸੰਗਤ ਨਰਬਾਨ, ਆਪ ਜੀ ਨੇ ਸਾਰੀਆਂ ਸੰਗਤਾਂ ਨੂੰ ਜਿੱਥੇ ਵੀ ਆਪ ਜੀ ਜਾਂਦੇ ਆਪ ਜੀ ਨੇ ਇਹ ਉਪਦੇਸ਼ ਦਿੱਤਾ, ਕਦੇ ਸਤਨਾਮ ਦਾ, ਕਦੇ ਵਾਹਿਗੁਰੂ, ਕਦੇ ਦੋਵਾਂ ਨੂੰ ਜੋੜ ਕਰਕੇ ਕਿਹਾ ਕਿ ਭਾਈ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਕਰੋ। ਸਿਮਰਨ ਨਾਮ ਕਰਹਿ 8 ਜਾਮ, 8 ਜਾਮ ਜਿਹੜੇ ਆਪ ਜੀ ਮਹਾਰਾਜ ਇਹਦਾ ਜਾਪ ਕਰਦੇ ਤੇ ਨਾਲ ਸੰਗਤਾਂ ਨੂੰ ਵੀ ਕਿਹਾ ਕਿ 8 ਜਾਮ ਪਾਈ ਸਦਾ ਇਹ ਗੁਰਮੰਤਰ ਦਾ ਜਾਪ ਕਰਨਾ ਹੈ। ਪਦ ਅਪਿਰਾਮ ਦੇਤ ਸੁਖਤਾ, ਜਿਹੜਾ ਵੀ ਇਹਦਾ ਜਾਪ ਕਰਦਾ ਆਪ ਜੀ ਉਹਨੂੰ ਪਰਮ ਅਵਸਥਾ ਦੀ ਦਾਤ ਦਿੰਦੇ ਹੋ। ਸ਼੍ਰੀ ਮੁਖ ਤੇ ਇਸ ਅਰਥ ਜਥਾਰ, ਹੁਣ ਕਿਰਪਾ ਕਰੋ ਮਹਾਰਾਜ, ਇੱਕ ਔਰ ਕਿਰਪਾ ਕਰਕੇ ਸੰਗਤਾਂ ਬੈਠੀਆਂ ਹੋਈਆਂ ਮਨ ਦੇ ਵਿੱਚ ਇਹ ਜਿਗਿਆਸਾ ਹੈ, ਜੋ ਆਪ ਜੀ ਨੇ ਇਹ ਜੋ ਜਾਪ ਦਿੱਤਾ ਗੁਰਮੰਤਰ ਦਾ, ਇਹਦਾ ਕਿਰਪਾ ਕਰਕੇ ਆਪ ਜੀ ਮਹਾਰਾਜ ਇਹਦੇ ਅਰਥ ਵੀ ਸਪਸ਼ਟ ਕਰਾਉਣਾ ਕਰੋ, ਦੱਸਣਾ ਕਰੋ। ਸੇਵਕ ਸੁਨਹਿ ਸੋ ਹੋਏ ਕਿਰਤਾ, ਜਿਹੜਾ ਵੀ ਸੇਵਕ ਇਹਦੇ ਅਰਥਾਂ ਨੂੰ ਸਰਵਣ ਕਰੇਗਾ ਉਹ ਕਿਰਤਾਰਥ ਹੋ ਜਾਵੇਗਾ, ਧਨ ਧਨ ਹੋ ਜਾਵੇਗਾ। ਅੰਤ ਸਮੇਂ ਕੋ ਦਰਸ ਤੁਮਾਰਾ, ਅੰਤ ਸਮੇਂ ਨੂੰ ਸਤਿਗੁਰੂ ਮਹਾਰਾਜ ਆਪ ਜੀ ਦਾ ਅੰਤਲਾ ਸਮਾਂ ਤੇ ਸੰਗਤਾਂ ਆਪ ਜੀ ਦੇ ਦਰਸ਼ਨ ਕਰ ਰਹੀਆਂ। ਤਥਾ
कथा बचन को अब है विचारा। ਹੁਣ ਸਤਿਗੁਰੂ ਮਹਾਰਾਜ ਜੇ ਆਪ ਜੀ ਨੇ ਇਹ ਪ੍ਰਵਚਨ ਕੀਤਾ, ਇਹਦੇ ਬਾਬਤ ਚਾਨਣਾ ਪਾਇਆ ਤੇ ਸੰਗਤਾਂ ਸਤਿਗੁਰੂ ਮਹਾਰਾਜ ਕਿਰਤਾਰਥ ਹੋ ਜਾਣਗੀਆਂ, ਧਨਤਾ ਦੇ ਯੋਗ ਹੋ ਜਾਣਗੀਆਂ। यहाँ ते सब हिनके मन चाहू। ਇਹ ਜੋ ਚਾਹ ਜਿਹੜਾ ਮਹਾਰਾਜ, ਇਹ ਮੇਰੇ ਮਨ ਦਾ ਚਾਹ ਨਹੀਂ ਹੈ। ਜਿਸ ਤਰ੍ਹਾਂ ਕਿ ਕਿਹਦੇ ਨਾਲ ਪਿਆਰਿਓ ਕੋਈ ਗੱਲ ਕਰਨੀ ਹੋਵੇ ਨਾ, ਆਪਾਂ ਡਾਇਰੈਕਟ ਜਾ ਕਰਕੇ ਕੋਈ ਵੱਡੇ ਨੂੰ ਸਿੱਧੀ ਗੱਲ ਨਹੀਂ ਕਰਦੇ ਆ। ਆਪਾਂ ਕੀ ਕਰਦੇ ਆ, ਉਹਦੇ ਲਾਗਲਾ ਜਿਹੜਾ ਜਿਹਦੀ ਉਹ ਮੰਨਦਾ, ਉਹਨੂੰ ਜਾ ਕਰਕੇ ਕਹਿੰਦੇ ਆ ਕਿ ਭਾਈ ਆ ਸਾਡਾ ਕੰਮ ਹੈ, ਤੂੰ ਅੱਗੇ ਆ ਬੇਨਤੀ ਕਰਨਾ ਕਰ। ਇਸ ਤਰ੍ਹਾਂ ਸੰਗਤਾਂ ਨੇ ਮਹਾਰਾਜ ਮੈਨੂੰ ਆਪ ਜੀ ਦਾ ਮੁੱਖ ਸੇਵਾਦਾਰ ਜਾਣ ਕਰਕੇ ਬੇਨਤੀ ਕੀਤੀ। ਮਤਾ ਕਿਤੇ ਇਹ ਨਾ ਸਮਝੋ ਕਿ ਸਿਰਫ ਮੇਰੀ ਬੇਨਤੀ ਹੈ, ਇਹ ਸਾਰੀਆਂ ਸੰਗਤਾਂ ਦੀ ਬੇਨਤੀ ਹੈ ਜੋ ਮੈਨੇ ਉਚਾਰਨ ਕੀਤੀ। ਸੁਨਬੇ ਕਹੋ ਵਿਸਾਲ ਉਤਸ਼ਾਹੂ। ਸਾਰਿਆਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਆਪ ਜੀ ਦੇ ਮੁਖਾਰ ਬਿੰਦ ਤੋਂ ਸਤਨਾਮ ਵਾਹਿਗੁਰੂ ਦਾ ਅਰਥ, ਇਹਦਾ ਮਹਾਤਮ ਇਹ ਸਰਵਣ ਕਰਨਾ ਚਾਹੁੰਦੇ। ਕਿਰਪਾ ਕਰੋ ਸਭ ਪਰ ਸ੍ਰੀ ਗੁਰੂ ਜੀ। ਇਹ ਸਤਿਗੁਰੂ ਮਹਾਰਾਜ ਸਾਰਿਆਂ ਉੱਤੇ ਕਿਰਪਾ ਕਰਕੇ ਪੂਰਨ ਸਰਬ ਲਾਲਸਾ ਬਾਬਾ ਬੁੱਢਾ ਸਾਹਿਬ ਜੀ ਦੀ ਇਹ ਸ਼ੁਭ ਬਾਣੀ, ਸ਼ੁਭ ਬਚਨ ਸੁਣ ਕਰਕੇ ਹਰ ਸਿੱਖਨ ਮਨ ਕੀ ਗਤ ਜਾਣੀ। ਨਾਲ ਮਹਾਰਾਜ ਜੀ ਨੇ ਇਹ ਵੀ ਜਾਣ ਲਿਆ ਕਿ ਭਾਈ ਸਿਰਫ ਇਹਨਾਂ ਵੱਲੋਂ ਨਹੀਂ ਹੈ, ਇਹ ਸਾਰੇ ਸਿੱਖਾਂ ਦੀ ਇਹ ਮਨ ਦੀ ਭਾਵਨਾ ਹੈ। ਇਹ ਮਨ ਕਰਕੇ ਬੇਨਤੀ ਕਰ ਰਹੇ ਹਨ। ਸਮ ਅੰਮ੍ਰਿਤ ਕੇ ਗਿਰਾ ਰਸਾਲਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਆਪਣੀ ਰਸਨਾ ਦਵਾਲਾ, ਰਸਾਲ ਬਾਣੀ ਜੋ ਅੰਮ੍ਰਿਤ ਦੇ ਵਿੱਚ ਭਿੱਜੀ ਹੋਈ ਹੈ, ਬਾਣੀ ਦਾ ਉਚਾਰਨ ਕੀਤਾ। ਕਹੇ ਸ਼੍ਰੀ ਨਾਨਕ ਪਰਮ ਕਿਰਪਾਲੂ। ਪਰਮ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਇਹ ਸ਼ਬਦਾਂ ਦਾ ਅਰਥ ਕਰ ਰਹੇ ਹਨ, ਸਪਸ਼ਟ ਕਰ ਰਹੇ ਹਨ। ਦੋਹਰਾ ਸਤਨਾਮ ਸ਼੍ਰੀ ਵਾਹਿਗੁਰੂ ਸੁਨੋ ਅਰਥ ਇਸਕੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਹਾ, ਸੰਗਤ ਜੀ ਜੋ ਆਪ ਜੀ ਨੇ ਬਚਨ ਕੀਤਾ ਨਾ ਸਤਨਾਮ ਵਾਹਿਗੁਰੂ, ਇਹਦਾ ਅਰਥ ਆਪ ਜੀ ਦੱਸਣਾ ਕਰੋ। ਇਹਦਾ ਅਰਥ ਹੁਣ ਅਸੀਂ ਉਚਾਰਨ ਕਰਦੇ ਆ। ਹੁਣ ਆਪ ਜੀ ਚਿੱਤ ਲਾ ਕਰਕੇ ਇਹਨੂੰ ਸਰਵਣ ਕਰਨਾ ਕਰੋ। ਉਸ ਵੇਲੇ ਤਾਂ ਪਿਆਰਿਓ ਜਿਹੜੇ ਹਜੂਰੀ ਸਿੱਖ ਸਨ, ਜਿਹੜੇ ਮੌਜੂਦ ਸਨ, ਉਹਨਾਂ ਨੇ ਪਿਆਰਿਓ ਇਹ ਅਰਥਾਂ ਨੂੰ ਸਰਵਣ ਕਰਨਾ ਕੀਤਾ। ਉਹਨੂੰ ਕਲਮ ਬੰਦ ਕਰਕੇ ਹੁਣ ਕਵੀ ਰਾਜ ਜੀ ਉਹੀ ਉਪਦੇਸ਼ ਸਾਨੂੰ ਸਰਵਣ ਕਰਾ ਰਹੇ ਹਨ। ਮਨ ਦੀ ਇਹ ਭਾਵਨਾ ਬਣਾਉਣੀ ਚਾਹੀਦੀ ਹੈ ਕਿ ਸਤਿਗੁਰੂ ਮਹਾਰਾਜ ਪ੍ਰਤੱਖ ਅੱਜ ਕਥਾ ਦੇ ਵਿੱਚ ਵਰਤ ਕਰਕੇ ਸਤਿਗੁਰੂ ਮਹਾਰਾਜ ਆਪਣੇ ਨਾਮ ਦਾ, ਗੁਰਮੰਤਰ ਦਾ ਅਰਥ ਸਪਸ਼ਟ ਕਰ ਰਹੇ। ਉਹ ਭਾਵਨਾ ਦੇ ਨਾਲ ਸਾਨੂੰ ਸਰਵਣ ਕਰਨਾ ਚਾਹੀਦਾ। ਜਿਸ ਕੇ ਸਿਮਰਨ ਅਧਿਕ ਫਲ ਮਿਟਹਿ 84 ਫੇਰ। ਇਹਦੇ ਸਿਮਰਨ ਕਰਨ ਦੇ ਨਾਲ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਤੇ 84 ਦਾ ਗੇੜ ਖਤਮ ਹੋ ਜਾਂਦਾ ਹੈ। ਸਭਈਆ ਗੋਤਮ ਨਾਮ ਅਗਿਆਨ ਮਹਾਨ ਕਾ। ਸਤਿਗੁਰੂ ਮਹਾਰਾਜ ਜੀ ਨੇ ਹੁਣ ਵਾਹਿਗੁਰੂ ਸ਼ਬਦ ਦਾ ਅਰਥ ਕਰਨਾ ਕੀਤਾ। ਵਾਹਿਗੁਰੂ ਆਪਾਂ ਸ਼ਬਦ ਪੜ੍ਹਦੇ ਹਾਂ ਤੇ ਵਿਦਵਾਨਾਂ ਨੇ ਪਿਆਰਿਓ ਕਈਆਂ ਨੇ 4 ਅੱਖਰ ਕੋ ਜਾਪ ਨਿਰਧਾਰ ਕਰਕੇ ਇਹਦੇ ਅਰਥ ਕੀਤੇ ਹਨ। ਜ਼ਿਆਦਾਤਰ ਤੇ ਮੂਲ ਅਰਥ ਹੈ ਵਾਹਿਗੁਰੂ, ਭਾਵ ਕਿ ਜੋ ਅਚਰਜਮਈ ਹੈ ਉਹੀ ਸਾਰਿਆਂ ਦਾ ਗੁਰੂ ਹੈ। ਹੁਣ ਸਤਿਗੁਰੂ ਮਹਾਰਾਜ ਅਖੀਰਲੇ ਸ਼ਬਦ ਤੋਂ ਇਹਨੂੰ ਕਹਿੰਦੇ ਹਨ ਅਨਵੈ ਕਰਕੇ ਅਰਥ ਕਰਨਾ। ਜੇ ਪੰਕਤੀ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਜਦੋਂ ਵਿਆਖਿਆ ਕਰਦੇ ਆ ਤੇ ਕੁਝ ਪੰਕਤੀਆਂ ਜਿਹੜੀਆਂ ਹੁੰਦੀਆਂ ਤੇ ਜੇ ਆਪਾਂ ਸਿੱਧਾ ਉਹਦਾ ਅਰਥ ਕਰਾਂਗੇ ਤਾਂ ਗੱਲ ਨਹੀਂ ਬਣਦੀ ਹੈ। ਉਹਨੂੰ ਅਨਵੈ ਕਰਕੇ ਤੇ ਪਿਛਲਾ ਹਿੱਸਾ ਜਾਂ ਵਿਚਕਾਰਲਾ ਜਿਹੜਾ ਉਹ ਪਹਿਲੇ ਕਹਿ ਕਰਕੇ ਫਿਰ ਬਾਅਦਲਾ ਹਿੱਸਾ ਜਦੋਂ ਆਪਾਂ ਇਹ ਕਰਦੇ ਆ ਤਾਂ ਪੂਰਾ ਮੁਕੰਮਲ ਉਹਦੀ ਵਿਆਖਿਆ ਹੁੰਦੀ ਹੈ। ਇਹਨੂੰ ਕਹਿੰਦੇ ਅਨਵੈ ਕਰਕੇ ਅਰਥ ਕਰਨਾ। ਹੁਣ ਸਤਿਗੁਰੂ ਮਹਾਰਾਜ ਵੀ ਅਨਵੈ ਕਰਕੇ ਅਰਥ ਕਰਦੇ ਹਨ ਤੇ ਨਾਲ ਕਵੀ ਰਾਜ ਜੀ ਨੇ ਬਾਖੂਬੀ ਪਿਆਰਿਓ ਸ਼ਬਦਾਂ ਦੇ ਵਿੱਚ, ਕਵਿਤਾ ਦੇ ਵਿੱਚ ਇਹਦਾ ਵਰਣਨ ਕਰਨਾ ਕੀਤਾ। ਜੇ ਉਂਝੀ ਪਿਆਰਿਓ ਇਹ ਸਵਈਏ ਜਿਹੜੇ ਹੁਣ ਅੱਗੇ ਆਉਣ ਵਾਲੇ ਆਪਾਂ ਚਾਲ ਵਿੱਚ ਪੜ੍ਹਦੇ ਆ, ਇਹੋ ਜੀ ਕਮਾਲ ਦੀ ਉਹਨਾਂ ਨੇ ਚਾਲ ਦੀ ਰਚਨਾ ਕਰਨੀ ਕੀਤੀ ਹੈ। ਉਹ ਚਾਲ ਨੂੰ ਹੀ ਸੁਣ ਕਰਕੇ ਬੰਦਾ ਅਸ਼ ਅਸ਼ ਕਹਿ ਉੱਠਦਾ ਹੈ। ਤੇ ਅਰਥਾਂ ਦੀ ਜਿਹੜੀ ਸ਼ੁਰੂਆਤ ਕਰਨੀ ਕੀਤੀ ਗੋ ਦਾ ਨਾਮ ਜਿਹੜਾ ਗੁਰੂ ਜਿਹੜਾ ਸ਼ਬਦ ਆਉਂਦਾ ਗੱਗੇ ਓਂਕੜ ਤੇ ਰਾਰੇ ਨੂੰ ਦੁਲੈਂਕੜ ਜਿਹੜਾ ਹੈ। ਹੁਣ ਉਹ ਗੱਗੇ ਤੋਂ ਮਹਾਰਾਜ ਅਰਥ ਕਰਦੇ ਹਨ ਕਿ ਗੱਗਾ ਜਿਹੜਾ ਹੈ, ਗੱਗੇ ਨੂੰ ਜਿਹੜਾ ਓਂਕੜ ਹੈ ਗੋਤਮ ਨਾਮ ਅਗਿਆਨ ਮਹਾਨਾ। ਗੋ ਦਾ ਮਤਲਬ ਹੈ ਕਿ ਜੋ ਅੰਧਕਾਰ ਹੈ ਮਾਇਆ ਦਾ, ਅਵਿਦਿਆ ਦਾ।
ਪਾਏ ਬੰਧਾਨ ਸਦੀਵ ਝੁਰੂ। ਤੇ ਪਾਏ ਬੰਧਾਨ ਅਗਿਆਨਤਾ ਦੇ ਹੀ ਬੰਧਨਾਂ ਦੇ ਵਿੱਚ ਪੈ ਕਰਕੇ ਬੰਦਾ ਜਿਹੜਾ ਸਦਾ ਝੂਰਦਾ ਹੀ ਰਹਿੰਦਾ, ਸਦਾ ਪਿਆਰਿਓ ਕਲਪਦਾ ਹੀ ਰਹਿੰਦਾ। ਕਿਉਂਕਿ ਜੇ ਗਿਆਨ ਦੀ ਪ੍ਰਾਪਤੀ ਹੋ ਜਾਵੇ ਬੰਦਾ ਝੂਰ ਨਹੀਂ ਸਕਦਾ। ਜਿੰਨੇ ਵੀ ਆਪਾਂ ਝੂਰਦੇ ਆ, ਕੋਈ ਪਿਆਰਿਓ ਬੇਸ਼ੱਕ ਵਾਸਨਾ ਵੱਖਰੀ ਹੁੰਦੀ ਹੈ, ਕਾਮਨਾ ਵੱਖਰੀ ਹੁੰਦੀ ਹੈ, ਭਾਵਨਾ ਵੱਖਰੀ ਹੁੰਦੀ ਹੈ, ਜਦੋਂ ਤੱਕ ਮਨ ਦੇ ਵਿੱਚ ਝੋਰਾ ਰਹਿੰਦਾ ਬੰਦਾ ਝੂਰਦਾ ਨਾ। ਇਹ ਅਗਿਆਨਤਾ ਦੇ ਵਸ। ਗਿਆਨਵਾਨ ਪੁਰਸ਼ ਉਹ ਕਦੇ ਝੂਰਦੇ ਨਹੀਂ ਹਨ। ਅਗਿਆਨਤਾ ਦੇ ਬੰਧਨਾਂ ਦੇ ਵਿੱਚ ਪਿਆ ਹੋਇਆ ਬੰਦਾ ਝੂਰਦਾ ਹੈ। ਦੇਹ ਅਨੇਕ ਤਰੇ ਜਨਮੇ। ਤੇ ਇਹੀ ਅਗਿਆਨਤਾ ਦੇ ਕਰਕੇ ਇਹੀ ਝੋਰਿਆਂ ਦੇ ਵਿੱਚ ਬੰਦਾ ਜਿਹੜਾ ਹੈ ਮਰ ਮਰ ਜੰਮੈ ਜੰਮੈ ਫਿਰ ਮਰੈ। ਬਹੁਤ ਸਜਾਏ ਪਿਆ ਦੇਸ ਲੰਮ ਜਨਮ ਧਾਰਨ ਕਰਕੇ ਆਉਂਦਾ। ਮ੍ਰਿਤ ਸੰਕਟ ਹੋਤ ਵਿਸ਼ਾਲ ਸ਼ੁਰੂ। ਫਿਰ ਮਰ ਕਰਕੇ ਜਨਮ ਧਾਰਨ ਕਰਕੇ ਆਉਂਦਾ। ਜੋ ਜਨਮੈ ਸੋ ਜਾਨੋ ਮੂਆ। ਜਨਮ ਤਾਂ ਧਾਰਨ ਕਰਕੇ ਆਉਂਦਾ ਵਾਸ਼ਨਾ ਨੂੰ ਪੂਰੀ ਕਰਨ ਵਾਸਤੇ। ਇੱਕ ਵਾਸ਼ਨਾ ਨੂੰ ਪੂਰੀ, ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ ਨਾ ਵਾਸ਼ਨਾ ਬੱਧਾ ਆਵੈ ਜਾਈ। ਬੰਦਾ ਜਿਹੜਾ ਵਾਸ਼ਨਾ ਦੇ ਬੱਚੇ ਹੋਣ ਕਰਕੇ ਉਹ ਸੰਸਾਰ ਦੇ ਵਿੱਚ ਆਉਂਦਾ ਤੇ ਜਾਂਦਾ, ਸਦਾ ਖੇਲ ਇਹ ਲੱਗਿਆ ਹੋਇਆ ਹੁੰਦਾ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ। ਸਰਬ ਜੋਨ ਵਲ ਵਲ ਅਵਤਰੈ ਅਰੀ ਬਾਈ ਗੋਬਿੰਦ ਨਾਮ ਮਦ ਬੀਸਰੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ। ਸੂਕਰ ਜੋਨ ਵਲ ਵਲ ਅਵਤਰੈ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ। ਪ੍ਰੇਤ ਜੋਨ ਵਲ ਵਲ ਅਵਤਰੈ। ਕਹਿਣ ਦਾ ਭਾਵ ਕਿ ਜੋ ਆਪਾਂ ਭਾਵਨਾ ਲੈ ਕਰਕੇ ਮਰਦੇ ਆ, ਅੰਤ ਨੂੰ ਫਿਰ ਅਗਲਾ ਉਹਨੂੰ ਉਹੀ ਵਾਸ਼ਨਾ ਦੀ ਪੂਰਤੀ ਵਾਸਤੇ ਉਹਦਾ ਜਨਮ ਪ੍ਰਾਪਤ ਹੁੰਦਾ, ਫਿਰ ਉਹ ਮਰ ਕਰਕੇ ਚੱਲ ਜਾਂਦਾ। ਇਹ ਸੰਕਟ ਵਿਸਾਲ ਜਿਹੜੇ ਸੰਕਟਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਸੋ ਤਤਕਾਲ ਵਿਲੀਨ ਕਰੈ। ਉਹ ਅਗਿਆਨ ਜਿਹੜਾ ਹੈ ਰੂਹ ਦਾ ਮਤਲਬ, ਤੇ ਉਹ ਤਤਕਾਲ ਫਿਰ ਰੂਹ ਦਾ ਮਤਲਬ ਪ੍ਰਕਾਸ਼ ਗਿਆਨ, ਤੇ ਉਹ ਗਿਆਨ ਦੇ ਨਾਲ ਤਤਕਾਲ ਉਹ ਵਿਲੀਨ ਹੋ ਜਾਂਦਾ। ਹੋਏ ਜਾਤ ਪ੍ਰਕਾਸ਼ ਕਹੈ ਇਸ ਰੂਹ। ਜਦੋਂ ਪ੍ਰਕਾਸ਼ ਹੋ ਜਾਵੇ ਮਨ ਦੇ ਵਿੱਚ, ਜਹਾਂ ਗਿਆਨ, ਜਿੱਥੇ ਪਿਆਰਿਓ ਗਿਆਨ ਦਾ ਪ੍ਰਕਾਸ਼ ਹੋ ਜਾਵੇ ਉਥੇ ਫਿਰ ਅੰਧਕਾਰ ਦਾ ਵਿਨਾਸ਼ ਹੋ ਜਾਂਦਾ। ਤੇ ਦੇਖੋ ਸ਼ਬਦਾਂ ਦੀ ਬਣਤਰ ਕਿਸ ਤਰ੍ਹਾਂ ਬਣਾਈ ਹੈ। ਸੋ ਤਤਕਾਲ ਵਿਲੀਨ ਕਰੈ ਹੋਏ ਜਾਤ ਪ੍ਰਕਾਸ਼ ਕਹੈ ਇਸ ਰੂਹ। ਰੂਹ ਦਾ ਮਤਲਬ ਕਿ ਜੋ ਅਗਿਆਨਤਾ ਦੇ ਵਿੱਚ, ਅਗਿਆਨਤਾ ਰੂਪੀ ਅੰਧਕਾਰ ਦੇ ਵਿੱਚ ਜਿਹੜਾ ਪ੍ਰਕਾਸ਼ ਕਰ ਦਵੇ ਗਿਆਨ ਦਾ। ਜਿਸ ਤਰ੍ਹਾਂ ਕਿ ਅੰਧਕਾਰ ਦਾ ਆਪਾਂ ਸਮਝਣ ਦੇ ਵਾਸਤੇ ਅੰਧਕਾਰ ਦੇ ਨਾਲ ਭਰਿਆ ਹੋਇਆ ਕਮਰਾ ਹੋਵੇ, ਬੇਸ਼ੱਕ ਪਿਆਰਿਓ ਬਹੁਤ ਸਾਰੀਆਂ ਵਸਤੂਆਂ ਖਜ਼ਾਨਾ ਪਿਆ ਹੋਇਆ ਹੋਵੇ, ਬੰਦੇ ਨੂੰ ਪਤਾ ਨਹੀਂ ਲੱਗਦਾ, ਬੰਦਾ ਭੈਭੀਤ ਹੋ ਜਾਂਦਾ। ਭਾਵੇਂ ਉਹ ਆਪਣਾ ਹੀ ਕਮਰਾ ਕਿਉਂ ਨਾ ਹੋਵੇ, ਬੱਤੀ ਬੰਦ ਹੋਵੇ ਤੇ ਬੰਦਾ ਅੰਦਰ ਕਦਮ ਰੱਖਣ ਤੋਂ ਡਰਦਾ ਹੈ। ਲੇਕਿਨ ਬੱਤੀ ਜਗ ਜਾਵੇ, ਲਾਈਟ ਲੱਗ ਜਾਵੇ, ਆਪਾਂ ਡਰਦੇ ਨਹੀਂ ਹਾਂ। ਇਸ ਤਰ੍ਹਾਂ ਹੀ ਸਾਡੇ ਅੰਦਰ ਅਗਿਆਨਤਾ ਦਾ ਅੰਧਕਾਰ ਹੈ। ਜਦੋਂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੰਦਰ ਜਦੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਰੂਹ ਦਾ ਮਤਲਬ ਉਹ ਗਿਆਨ ਦਾ ਪ੍ਰਕਾਸ਼। ਜੋ ਅਸਚਰਜ ਮਹਾ ਬਿਸਮਾਵਤ। ਹੁਣ ਅਗਲਾ ਜਿਹੜਾ ਸ਼ਬਦ ਜਿਹੜਾ ਹੈ ਵਾਹੇ। ਵਾਹੇ ਨਾਮ ਅਚਰਜ ਕੋ ਹੋਈ। ਅਚਰਜ ਤੇ ਪੁਨ ਉਕਤ ਨਾ ਕੋਈ। ਗੋਤਮ ਨਾਮ ਅਗਿਆਨ ਅਨਿਤ। ਰੂਹ ਪ੍ਰਕਾਸ਼ ਕੀਆ ਜਿਨ ਚੇਤਾ। ਹੁਣ ਜੋ ਵਾਹੇ ਸ਼ਬਦ ਜਿਹੜਾ ਹੈ ਉਹ ਅਸਚਰਜ ਵਾਚਕ ਹੈ। ਜਦੋਂ ਵੀ ਪਿਆਰਿਓ ਬੰਦਾ ਅਸਚਰਜਤਾ ਦੇ ਵਿੱਚ ਆ ਜਾਂਦਾ, ਉਹਦੇ ਮੂੰਹੋਂ ਇੱਕੋ ਸ਼ਬਦ ਨਿਕਲਦਾ, ਵਾਹ ਵਾਹ। ਵਾਹੇ ਕਰਕੇ ਨਿਕਲਦਾ ਹੈ। ਭਾਵੇਂ ਉਹ ਅੰਗਰੇਜ਼ ਹੋਵੇ, ਅਮਰੀਕਨ ਹੋਵੇ, ਭਾਵੇਂ ਉਹ ਯੂਰਪ ਦਾ ਰਹਿਣ ਵਾਲਾ, ਭਾਵੇਂ ਉਹ ਇੰਡੀਅਨ, ਸਾਊਥ ਇੰਡੀਅਨ ਹੋਵੇ, ਨਾਰਥ ਇੰਡੀਅਨ ਹੋਵੇ, ਜੋ ਮਰਜ਼ੀ ਹੋਵੇ, ਜਦੋਂ ਪਿਆਰਿਓ ਕਿ ਇਹਨੂੰ ਆਨੰਦ ਆਉਂਦਾ, ਉਹ ਅਸਚਰਜਤਾ ਦੇ ਵਿੱਚ ਚੱਲ ਜਾਂਦਾ ਨਾ, ਉਹਦੇ ਮੁਖ ਤੋਂ ਯਕਦਮ ਆਈ ਬਚਨ ਨਿਕਲਦਾ ਵਾਹ ਕਰਕੇ। ਜਦੋਂ ਇਹ ਅਸਚਰਜਤਾ ਦਾ ਵਾਚਕ ਹੈ ਕਿ ਉਹ ਪ੍ਰਮਾਤਮਾ ਅਸਚਰਜ ਸਰੂਪ ਹੈ। ਅਚਰਜ ਰੂਪੰ ਮਹਾਰਾਜ ਜੀ ਨੇ ਕਿਹਾ, ਅਸਚਰਜਤਾ ਵਾਲਾ ਉਹਦਾ ਰੂਪ ਹੈ। ਤੇ ਫਿਰ ਉਹ ਉਹੀ ਜਿਹੜਾ ਹੈ ਗੁਰੂ ਬਣ ਕਰਕੇ ਸਿੱਖ ਦੇ ਅਗਿਆਨਤਾ ਨੂੰ ਉਹ ਕੱਟ ਦਿੰਦਾ। ਤਾਂ ਹੀ ਕਹੋ ਮੁਖ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਹਨ ਉਹਨੂੰ ਹੀ ਤਾਂ ਭਾਈ ਆਪਾਂ ਵਾਹਿਗੁਰੂ ਬੋਲਦੇ ਹਾਂ, ਜੋ ਅਗਿਆਨਤਾ ਤੋਂ ਸਾਨੂੰ ਗਿਆਨ ਦੇ ਵੱਲ ਲੈ ਕੇ ਜਾਵੇ। ਜੋ
ਜੜ ਜਾਤ ਬਿਥਾਰ ਮਹਾ। ਹੁਣ ਦੂਜਾ ਅਰਥ ਸਤਿਗੁਰੂ ਮਹਾਰਾਜ ਵਾਹਿਗੁਰੂ ਸ਼ਬਦ ਦਾ ਅਰਥ ਕਰਦੇ ਹਨ, ਇਹਦਾ ਵਿਸਥਾਰ ਕਰਦੇ ਹਨ। ਜੋ ਜੜ ਜਾਤ ਬਿਥਾਰ ਮਹਾ, ਜਿੰਨੇ ਵੀ ਪਿਆਰਿਓ ਜੜ ਸ਼੍ਰੇਣੀ ਦੇ ਜੋ ਹਨ, ਜਿਸ ਤਰ੍ਹਾਂ ਦਰਖਤ ਹੋ ਗਿਆ, ਪੱਥਰ ਆਦਿਕ ਹੋ ਗਏ ਹਨ, ਜਿਨ੍ਹਾਂ ਦਾ ਜੜ ਦਾ ਜਿਹਨੇ ਵਿਸਥਾਰ ਕਰਨਾ ਕੀਤਾ। ਦ੍ਰਿਸ਼ਟਮਾਨ ਬਚਿੱਤਰ ਅਨੇਕ ਫੁਰੂ, ਦ੍ਰਿਸ਼ਟਮਾਨ ਜਿਹੜੇ ਹਨ ਤਰ੍ਹਾਂ ਤਰ੍ਹਾਂ ਦੇ ਬਚਿੱਤਰ ਪਿਆਰਿਓ, ਇਹਨਾਂ ਦੇ ਨੀਲੇ ਹਰੇ ਰੰਗ ਦੇ ਫੁੱਲ ਖਿੜਦੇ, ਪੱਤੇ ਵੱਖਰੇ ਹੁੰਦੇ ਹਨ। ਤਰ੍ਹਾਂ ਤਰ੍ਹਾਂ ਦਾ ਇਹ ਜੜਮਾਨ ਜਿਹੜਾ ਸੰਸਾਰ ਦੀ ਜਿਹਨੇ ਰਚਨਾ ਕਰਨੀ ਕੀਤੀ। ਤਾਰ ਤਮੈ ਜਨਮੈ ਬਿਨਸੈ, ਤੇ ਤਾਰ ਤਮ ਜਿਹੜਾ ਹੈ ਉਹਨਾਂ ਦੇ ਵਿੱਚ ਤਾਰ ਤਮ, ਉਹਨਾਂ ਦੇ ਅੰਦਰ ਜੋ ਸ਼ਕਤੀ ਜਿਹੜੀ ਹੈ ਉਹ ਰੱਬ ਦੀ ਹੈ। ਉਹਦੇ ਕਰਕੇ ਹੀ ਤਾਂ ਪਿਆਰਿਓ ਇਹ ਜਨਮਦੇ ਹਨ ਤੇ ਬਿਨਸ ਜਾਂਦੇ ਹਨ। ਕਿਉਂਕਿ ਮਹਾਰਾਜ ਜੀ ਨੇ ਕਿਹਾ ਕਿ ਕਈ ਜਨਮ ਪਾਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਇਹ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਕਈ ਜਨਮ ਸੈਲ ਗਿਰ ਹੋਇਓ, ਭਾਵ ਕਿ ਪੱਥਰ ਤੇ ਸੈਲ ਗਿਰ ਜਿਹੜੇ ਪਹਾੜ, ਇਹ ਵੀ ਪਿਆਰਿਓ ਜੜ ਦੀ ਯੋਨੀ ਹੈ। ਕਿਉਂਕਿ ਇਹਨਾਂ ਦੇ ਵਿੱਚ ਵੀ ਪਿਆਰਿਓ ਜੀਵਨ ਹੁੰਦਾ। ਕਈ ਜਿਹੜੇ ਪੱਥਰ ਜਿਹੜੇ ਹਨ ਆਪਾਂ ਨੂੰ ਤਾਂ ਲੱਗਦਾ ਕਿ ਭਾਈ ਇੱਕਦਮ ਉਹ ਜੜ ਹਨ, ਲੇਕਿਨ ਹੈ ਉਹ ਜੜ। ਬਹੁਤ ਲੰਬੇ ਸਾਲ ਦੇ ਵਿੱਚ, ਸਮੇਂ ਦੇ ਵਿੱਚ ਉਹਨਾਂ ਦੇ ਵਿੱਚ ਵੀ ਪਰਿਵਰਤਨ ਆਉਂਦਾ, ਖੁਦ ਬਾ ਖੁਦ ਆਕਾਰ ਕਰਕੇ ਉਹ ਵੱਡੇ ਹੁੰਦੇ ਹਨ। ਜਾਂ ਕਈ ਜਿਹੜੇ ਪੱਥਰ ਉਹ ਘਟ ਘਟ ਕਰਕੇ ਪੂਰੇ ਘਟ ਜਾਂਦੇ ਹਨ। ਜਿਸ ਤਰ੍ਹਾਂ ਕਿ ਇੱਕ ਮਨੁੱਖ ਜਿਹੜਾ ਹੈ ਜਾਂ ਔਰ ਜਿਹੜੇ ਜੀਵ ਜੰਤ ਜਿਹੜੇ ਹਨ ਉਹਨਾਂ ਦਾ ਛੋਟਾ ਸਮਾਂ ਹੁੰਦਾ, ਥੋੜੇ ਕੁ ਸਮੇਂ ਦੇ ਵਿੱਚ ਉਹ ਵੱਧ ਜਾਂਦੇ ਫਿਰ ਖਤਮ ਹੋ ਜਾਂਦੇ। ਲੇਕਿਨ ਇਹ ਪੱਥਰਾਂ ਦੀ ਜੋ ਜੂਨੀ ਹੈ ਇਹ ਬਹੁਤ ਲੰਬਾ ਸਮਾਂ, ਕਿਉਂਕਿ ਆਪਾਂ ਵੇਖ ਹੀ ਨਹੀਂ ਸਕਦੇ ਆ। ਬੰਦਾ ਕੋਈ 50-100 ਸਾਲ ਵੇਖ ਲਵੇ, ਲੇਕਿਨ ਜਿਹੜੇ ਹਜ਼ਾਰਾਂ ਸਾਲ ਦੇ ਵਿੱਚ ਹੌਲੀ ਹੌਲੀ ਵੱਧਦੇ ਜਾਂ ਘਟਦੇ, ਇਹਦੇ ਵਿੱਚ ਵੀ ਜੋ ਤਾਰਤੰਮ ਜਿਹੜਾ ਜੋ ਜੁੜਿਆ ਹੋਇਆ, ਜਿਹਦੀ ਸੱਤਾ ਕਰਕੇ ਇਹ ਮੌਜੂਦ ਹਨ, ਜੋ ਪ੍ਰਮਾਤਮਾ ਤਾਰਤੰਮ ਕਰਕੇ ਸਾਰਿਆਂ ਦੇ ਵਿੱਚ ਮੌਜੂਦ ਹੈ। ਜਿਸ ਆਸ਼ਰਿਤ ਪਾ ਸਤ ਬੀਜ ਪੁਰੂ, ਜਿਹਦੇ ਆਸ਼ਰਿਤ ਕਰਕੇ, ਜਿਹਦੇ ਆਸਰੇ ਕਰਕੇ ਇਹ ਜੜ ਵੀ ਜਿਹੜੇ ਸਾਨੂੰ ਸੱਤ ਕਰਕੇ ਭਾਸਦੇ ਹਨ। ਮਤਾਂ ਕਿਤੇ ਇਹ ਨਹੀਂ ਸਮਝਣਾ ਚਾਹੀਦਾ ਕਿ ਭਾਈ ਇਹ ਪੱਥਰ ਜਿਹੜੀ ਹੈ ਨਿਰਜੋਨੀ ਹੈ, ਇਹਦੇ ਵਿੱਚ ਕੋਈ ਜਿੰਦ ਨਹੀਂ ਹੈ। ਬੇਸ਼ੱਕ ਪਿਆਰਿਓ ਪੱਥਰਾਂ ਦੇ ਵਿੱਚ ਵੀ ਜਿੰਦ ਹੈ, ਲੇਕਿਨ ਇੱਕਦਮ ਅਚੇਤਨਤਾ ਦੇ ਵਿੱਚ ਬਹੁਤ ਕ੍ਰਮ ਵਿਕਾਸ, ਹੌਲੀ ਹੌਲੀ ਉਹਨਾਂ ਦਾ ਵਿਕਾਸ ਹੁੰਦਾ, ਵਾਧਾ ਹੁੰਦਾ, ਲੇਕਿਨ ਉਹਦੇ ਵਿੱਚ ਵੀ ਤਾਂ ਉਹ ਸਮਾਇਆ ਹੋਇਆ ਹੈ। ਜੋ ਤਿਨਕੇ ਵਿਵਹਾਰ ਕਰਾਵਤ, ਇਹਨਾਂ ਦੇ ਵਿੱਚ ਜੋ ਵਿਵਹਾਰ ਕਰਾਉਂਦਾ, ਜਿੰਨੇ ਵੀ ਜੜ ਪੱਥਰ ਹੋ ਗਏ, ਦਰਖਤ ਹੋ ਗਏ, ਦਰਖਤਾਂ ਦਾ ਵੀ ਪਿਆਰਿਓ ਬਹੁਤ ਵੱਡਾ ਵਿਵਹਾਰ ਹੈ। ਕਿਉਂਕਿ ਸਮਾਂ ਅੱਗੇ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ। ਦਰਖਤ ਵੀ ਪਿਆਰਿਓ ਆਪਣੀ ਸੰਤਾਨ ਦੀ ਪੈਦਾ ਕਰਦੇ ਹਨ। ਜਦੋਂ ਫੁੱਲ ਖਿੜਦਾ ਆਪਾਂ ਨੂੰ ਕੀ ਲੱਗਦਾ ਕਿ ਭਾਈ ਦਰਖਤ ਦੇ ਭਾਈ ਫੁੱਲ ਖਿੜ ਗਏ? ਨਹੀਂ ਪਿਆਰਿਓ, ਆਪਣੀ ਸੰਤਾਨ ਦੀ ਉਤਪਤੀ ਕਰ ਰਿਹਾ ਹੈ ਦਰਖਤ ਵੀ। ਤੇ ਉਹਨੂੰ ਵੀ ਜਦੋਂ ਫਲ ਲੱਗਦੇ, ਹਰ ਕੋਈ ਫੁੱਲ ਜਿਹੜਾ ਫਲ ਨਹੀਂ ਬਣਦਾ। ਅੱਜ ਜਿਹੜੇ ਸਿਆਣੇ ਵਿਗਿਆਨਿਕ ਹਨ ਉਹਨਾਂ ਨੇ ਰਿਸਰਚ ਕਰਨਾ ਕੀਤਾ ਕਿ ਭਾਈ ਇਹਨਾਂ ਦਾ ਕਿਸ ਤਰ੍ਹਾਂ ਆਪਸ ਦੇ ਵਿੱਚ ਸੰਬੰਧ ਬਣਦਾ। ਤੇ ਦਰਖਤ ਜਿਹੜਾ ਤੇ ਕਈ ਜਿਹੜੇ ਖੁਸ਼ਬੂਨੁਮਾ ਜਿਹੜੇ ਦਰਖਤ ਹੁੰਦੇ ਹਨ ਸੁਗੰਧੀ ਵਾਲੇ, ਉਹ ਪਿਆਰਿਓ ਸੁਗੰਧੀ ਦੇ ਨਾਲ ਦੂਜੇ ਦਰਖਤਾਂ ਦੇ ਨਾਲ ਸੰਬੰਧ ਬਣਾਉਂਦੇ। ਕਈ ਜਿਹੜੇ ਪਿਆਰਿਓ ਦਰਖਤ ਜਿਹੜੇ ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਜਿਹੜਾ ਹੈ ਇਹ ਪਤੰਗਿਆਂ ਦੇ ਨਾਲ, ਤੇ ਜਿਹਨੂੰ ਆਪਾਂ ਮੱਖੀਆਂ ਆਦਿਕ ਬੋਲਦੇ ਆ, ਮਧੂ ਮੱਖੀਆਂ ਆਦਿਕ, ਤਿਤਲੀਆਂ ਆਦਿਕ, ਇਹ ਕੀ ਕਰਦੀਆਂ, ਉਹ ਫੁੱਲ ਦੇ ਉੱਤੇ ਬੈਠ ਕਰਕੇ ਤੇ ਫਿਰ ਨਰ ਦਰਖਤ ਜਿਹੜਾ ਹੁੰਦਾ ਉਹਦੇ ਫੁੱਲ ਦੇ ਉੱਤੇ ਬੈਠ ਕਰਕੇ ਉਹਦੇ ਪਰਾਗ ਕਣ ਉਹਨੂੰ ਚਿਪਕ ਜਾਂਦੇ ਹਨ, ਉਸ ਪਤੰਗੇ ਨੂੰ। ਉਹ ਜਾ ਕਰਕੇ ਜਦੋਂ ਦੂਜੇ ਕਿਸਮ ਦੇ ਫੁੱਲ ਦੇ ਉੱਤੇ ਜਦੋਂ ਬਹਿੰਦਾ, ਉਹਦੇ ਵਿੱਚੋਂ ਤਾਂ ਰਸ ਲੈ ਲੈਂਦਾ, ਲੇਕਿਨ ਉਹ ਜਿਹੜਾ ਫੁੱਲ ਦਾ ਜਿਹੜਾ ਉਹਨੇ ਪਰਾਗ ਲੈ ਕੇ ਆਉਣਾ ਕੀਤਾ, ਉਹ ਉਹਦੇ ਵਿੱਚ ਰਹਿ ਜਾਂਦਾ। ਬਸ ਇਹਦੇ ਨਾਲ ਉਹਦਾ ਜੀਵਨ ਸ਼ੁਰੂ ਹੋ ਜਾਂਦਾ। ਉਹ ਫੁੱਲ ਜਿਹੜਾ ਫਿਰ ਫਲ ਵਿੱਚ ਬਣ ਜਾਂਦਾ ਤੇ ਫਲ ਦੇ ਵਿੱਚ ਕਈ ਬੀਜ ਹੁੰਦੇ ਹਨ। ਕਹਿਣ ਦਾ ਭਾਵ ਕਿ ਇਹਨਾਂ ਦੇ ਵਿੱਚ ਵੀ ਪਿਆਰਿਓ ਬਹੁਤ ਜ਼ਿਆਦਾ ਵਿਵਹਾਰ ਹੈ। ਦਰਖਤ ਵੀ ਇੱਕ ਦੂਜੇ ਦੇ ਨਾਲ ਬੋਲਦੇ, ਇੰਨੀ ਜ਼ਿਆਦਾ ਸੈਂਸਿਟੀਵਿਟੀ ਹੁੰਦੀ ਹੈ ਦਰਖਤਾਂ ਦੇ ਵਿੱਚ। ਕੋਈ ਜਿਹੜਾ ਹੈ ਗਲਤ ਬੰਦਾ ਜਿਹੜਾ ਹੈ, ਨਿਕ੍ਰਿਸ਼ਟ ਆਤਮਾ ਵਾਲਾ ਕੋਈ ਕੋਮਲ ਦਰਖਤ ਦੇ ਕੋਲ ਚੱਲ ਜਾਵੇ ਤੇ ਉਹਦੇ ਕੋਲ ਬੈਠੇ ਉਹਦੀ ਛਾਇਆ ਦੇ ਵਿੱਚ ਰਵੇ, ਤਾਂ ਪਿਆਰਿਓ ਥੋੜੇ ਕੋ ਦਿਨਾਂ ਦੇ ਵਿੱਚ ਦਰਖਤ ਵੀ ਜਿਹੜੇ ਹਰੇ ਭਰੇ ਉਹ ਸੁੱਕ ਜਾਂਦੇ ਹਨ। ਉਹਨਾਂ ਦੇ ਅੰਦਰ ਵੀ ਜੀਵਨ ਹੁੰਦਾ ਹੈ, ਉਹਨਾਂ ਦਾ ਵੀ ਵਿਵਹਾਰ ਹੁੰਦਾ। ਉਹ ਸਾਰਾ ਵਿਵਹਾਰ ਕੌਣ ਕਰਾ ਰਿਹਾ?
ਵਾਹਿਗੁਰੂ ਕਰਾ ਰਿਹਾ, ਪ੍ਰਮਾਤਮਾ ਕਰਾ ਰਿਹਾ ਹੈ। ਤਾਂ ਪਿਆਰਿਓ ਰੂਹ ਬੋਲਦੇ ਹਨ, ਜੋ ਆਸ਼ਚਰਜ ਮਹਾ ਬਿਸਮਾਦ, ਜੋ ਆਸ਼ਚਰਜ ਹੈ ਮਹਾ ਬਿਸਮਾਦ ਹੈ। ਵਿਸਮਿਤ ਅਵਸਥਾ ਦੇ ਵਿੱਚ ਬੰਦਾ ਪਹੁੰਚ ਜਾਂਦਾ, ਆਸ਼ਚਰਜਤਾ ਦੇ ਵਿੱਚ ਆ ਜਾਵੇ, ਉੱਥੇ ਬੰਦਾ ਕਹਿ ਨਹੀਂ ਸਕਦਾ ਹੈ। ਤਾਹਿ ਕਹੋ ਮੁਖ ਵਾਹਿਗੁਰੂ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਸਿੱਖੋ ਉਹਨੂੰ ਹੀ ਵਾਹਿਗੁਰੂ ਤੁਸੀਂ ਉਚਾਰਨ ਕਰੋ। ਆਪਾਂ ਵੀ ਉਚਾਰਨ ਕਰਨਾ ਕਰੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੋ ਸਾਰੇ ਜੜ ਜਿਹੜੇ ਪ੍ਰਾਣੀ ਹਨ, ਉਹਨਾਂ ਦੇ ਵਿੱਚ ਜੋ ਸੁਤਾ ਰਹਿ ਕਰਕੇ ਸਾਰਿਆਂ ਦੇ ਵਿੱਚ ਤਾਰਤਮਤਾ ਜਿਹੜੀ ਹੈ ਜਿਹਨੇ ਮੌਜੂਦ ਕਰਨੀ ਕੀਤੀ ਹੈ, ਉਹਨਾਂ ਦੇ ਵਿੱਚ ਵੀ ਪ੍ਰਕਾਸ਼ ਕਰ ਰਿਹਾ, ਉਹ ਹੈ ਵਾਹਿਗੁਰੂ। ਇਹ ਪਿਆਰਿਓ ਵਾਹਿਗੁਰੂ ਸ਼ਬਦ ਦਾ ਦੂਜਾ ਅਰਥ ਹੋਇਆ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਔਰ ਕਈ ਅਰਥਾਂ ਦੇ ਵਿੱਚ ਵਾਹਿਗੁਰੂ ਸ਼ਬਦ ਦੇ ਅਰਥ ਕਰਕੇ ਸਾਨੂੰ ਸਰਵਣ ਕਰਾਉਣੇ ਹਨ। ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਉਹ ਅਰਥਾਂ ਨੂੰ ਆਪਾਂ ਨੇ ਸਰਵਣ ਕਰਨਾ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਰੱਥਾ ਹੈ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अघनाश, हे पूरन हे सर्व मैं दुख भंजन गुणतास, हे संगी हे निरंकार, हे निर्गुण सब टेक, हे गोबिंद हे गुण निधान जाके सदा विवेक, हे अपरंपर हर हरे है बिहुवन हार, हे संतां कै सदा संग निधारा आधार, हे ठाकुर हूँ दासरो मैं निर्गुण गुण नहीं कोय, नानक दीजै नाम दान राखों ही है परोए, आए प्रभु शरणागति कृपा निध दयाल, एक अखर हर मन बसत नानक होत निहाल, वाहिगुरु नाम जहाज है चढ़े सो उतरै पार, जो शरधा कर सेवंदे गुर पार उतारण हार, कथा निता प्रत होत है सुनहो सो सिंह सुजान, नानक गुरु गोबिंद सिंह जी सदा करै कल्याण, नानक गुरु गोबिंद सिंह जी सदा करै कल्याण। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप, आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप, आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप, आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप, आद सच जुगाद सच है भी सच, नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप, आद सच जुगाद सच है भी सच, नानक होसी भी सच। वाहो वाहो सिंह जी कलगियां वाले गोबिंद
ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।